ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु प्यारिओ गुरु सवारिओ सिख मिशनरी कॉलेज लुधियाना वालों चल रही इस ऑनलाइन क्लास विच आप सारिਆਂ ਨੂੰ ਜੀ ਆਇਆਂ। अकाल पुरख ਦੀ अपार बख्शिश ਨਾਲ ਅਸੀਂ हर शुक्रवार भगत बाणी ਵਿੱਚੋਂ जो ਔਖੇ ਸ਼ਬਦ ਹਨ ਉਹਨਾਂ ਦੀ ਵਿਚਾਰ ਕਰ ਰਹੇ ਹਾਂ। ਅੱਜ ਦੀ ਵਿਚਾਰ भगत बाणी विचों भगत कबीर जी का शब्द गौड़ी राग का जो साहिब श्री गुरु ग्रंथ साहिब महाराज के पावन अंक 334 ते सुशोभित है। जह कछ आहा तहा किछ नाही पंच तत् तै नाही पीड़ा पिंगला सुखमन बंदे ये अवगन कत जाहे। इस शब्द की विचार साडे नाल सरदार कुलवंत सिंह जी जम्मू तो वो कर रहे हैं। मैं उन्होंने बेनती करता हाँ कि अज की शब्द विचार आरंभ कर। सरदार कुलवंत सिंह जी वाहिगुरू जी का खालसा वाहिगुरू जी की फतेह। वाहिगुरू जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ज्यों जानो त्यों राख हर प्रभ तेरेया केते गणों असंख अवगण मेरेया। असंख्य अवगण खते फेरे नित प्रत सद भूलीऐ। मोह मगन बिकराल माया तो प्रसादी भूलीऐ। लोक करत बेकार बिखड़े प्रभ नेरहूं ते नेरेया। बिनवंत नानक दया तारू काढ़ पव जल फेरिया। राग गौड़ी पूर्वी कबीर जी एक ओंकार सत गुर प्रसाद। जहाँ कछ आहा तहाँ किछ नाही पंच तत् तहाँ नाही इड़ा पिंगला सुख मन बंदे ए अवगण कत जाही। तागा टूटा गगन बिनस गया तेरा बोलत कहाँ समाए। ये संसार मोको अनदिन व्यापै मोको को न कह समझाई। रहाऊ जहाँ बर पंड पिंड तहाँ नाही रचनहार तहाँ नाही जोड़नहारो सदा अतीता एक कहिए किस माही। जोड़ी जुड़ै न तोड़ी टूटै जब लग हुए बिनासे। काको ठाकुर काको सेवक को काहूं कै जासे। कहो कबीर लिव लाग रही है जहाँ बसे दिन राते। वाका मरम वही पर जाने वो तो सदा अबनाशी। कहो कबीर लिव लाग रही है जहाँ बसे दिन राते। वाका मरम वही पर जाने वो तो सदा अबनाशी। परम सन्मानयोग गुरु प्यारिओ सतगुरु की अपार बख्शिश नाल ਅਸੀਂ ਨਿਤਾ ਪ੍ਰਤੀ ਇਸ ਕਲਾਸ ਵਿੱਚ ਜਿੱਥੇ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰਦੇ ਹਾਂ ਉੱਥੇ ਗੁਰਬਾਣੀ ਜੋ ਸਾਡੇ ਜੀਵਨ ਦਾ ਮੁੱਖ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੂੰ। ਗੁਰਬਾਣੀ ਹੀ ਸਾਡੇ ਜੀਵਨ ਦੀ ਉਹ ਥੰਮੀ ਹੈ ਜਿਸ ਨਾਲ ਸਾਡਾ ਸਿੱਖੀ ਜੀਵਨ ਖੜਾ ਹੈ। ਗੁਰਬਾਣੀ ਨੂੰ ਪੜ੍ਹਨਾ ਸੁਣਨਾ ਗਾਉਣਾ ਵਿਚਾਰ ਕਰਨੀ ਇਹ ਤਰੀਕੇ ਨੇ ਜਿਨ੍ਹਾਂ ਰਾਹੀਂ ਗੁਰਬਾਣੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਅਸੀਂ ਗੁਰਮਤਿ ਦੇ ਸਾਂਚੇ ਵਿੱਚ ਢਾਲਣ ਦਾ ਯਤਨ ਕਰਦੇ ਹਾਂ। ਬਾਣੀ ਸਾਡੇ ਜੀਵਨ ਨੂੰ ਜਿੱਥੇ ਹਰ ਪੱਖ ਤੋਂ ਅਗਵਾਈ ਦਿੰਦੀ ਹੈ ਭਾਵੇਂ ਗੁਰਬਾਣੀ ਸਾਡੇ ਆਤਮਿਕ ਜੀਵਨ ਦਾ ਵਿਸ਼ਾ ਹੈ ਪਰ ਇਸ ਤੋਂ ਸੇਧ ਲੈ ਕੇ ਅਸੀਂ ਆਪਣੇ ਸਰੀਰ ਦੀ ਹਰ ਗੱਲ ਨੂੰ
ਆਪਣੇ ਸਰੀਰ ਦੇ ਹਰ ਖੇਤਰ ਵਿੱਚ ਵੀ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦਾ ਯਤਨ ਕਰਦੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਅਸੀਂ ਸਾਂਝੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 334 ਤੇ ਸੁਭਾਇਮਾਨ। ਇਸ ਦਾ ਰਾਗ ਗੌੜੀ ਹੈ ਤੇ ਉਹਦੀ ਇੱਕ ਵੰਨਗੀ ਹੈ ਗੌੜੀ ਪੂਰਬੀ। ਗੌੜੀ ਅਲੱਗ-ਅਲੱਗ ਤਰ੍ਹਾਂ ਇਹਦੀਆਂ ਅੱਗੇ ਰਾਗਣੀਆਂ ਨੇ, ਜਿਨ੍ਹਾਂ ਦੇ ਆਧਾਰ ਤੇ ਇਸ ਸ਼ਬਦ ਦਾ ਰਾਗ ਗੌੜੀ ਪੂਰਬੀ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਹੈ। ਕਬੀਰ ਸਾਹਿਬ ਜੀ ਦੀ ਇਹ ਰਚਨਾ ਹੈ ਅਤੇ ਗੁਰਬਾਣੀ ਲਿਖਣ ਸ਼ੈਲੀ ਅਨੁਸਾਰ ਇਹ ਨਵਾਂ ਰਾਗ ਜਦੋਂ ਸ਼ੁਰੂ ਹੋਇਆ ਤਾਂ ਇਸ ਦੇ ਆਰੰਭ ਵਿੱਚ ਗੁਰਮਤਿ ਦਾ ਮੁੱਢਲਾ ਸੰਦੇਸ਼, ਜੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਉਪਦੇਸ਼ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਉਸ ਵਾਹਿਗੁਰੂ ਦਾ ਕਨਸੈਪਟ, ਉਸ ਵਾਹਿਗੁਰੂ ਦਾ ਉਲੇਖ ਇਸ ਮੁੱਢਲੇ ਸਿਧਾਂਤ ਰਾਹੀਂ ਸਾਡੀ ਝੋਲੀ ਵਿੱਚ ਪਾਇਆ, ਉਸੇ ਦਾ ਸੰਖੇਪ ਰੂਪ ਇੱਕ ਓੰਕਾਰ ਸਤ ਗੁਰਪ੍ਰਸਾਦ ਕਰਕੇ ਸ਼ਬਦ ਦੀ ਆਰੰਭਤਾ ਕੀਤੀ ਹੈ। ਵਾਹਿਗੁਰੂ ਇੱਕ ਹੈ, ਉਹ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਸਤ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ। ਅੱਜ ਦੇ ਸ਼ਬਦ ਦਾ ਜੋ ਮੁੱਖ ਟੌਪਿਕ ਹੈ, ਮੁੱਖ ਆਧਾਰ ਹੈ, ਉਹ ਰਹਾਉ ਦੇ ਬੰਦ ਵਿੱਚ ਦਰਜ ਕੀਤਾ ਗਿਆ। ਰਹਾਉ ਦਾ ਬੰਦ ਭਗਤ ਕਬੀਰ ਜੀ ਫਰਮਾਉਂਦੇ ਹਨ, ਤਾਗਾ ਟੂਟਾ ਗगन बेनस गया, तेरा बोलत कहाँ समाई, इस संसार मुख आंदन व्यापै, मुख को ना कह समझाई। भगत कबीर जी कहते हैं कि जदों मेरी सुरत उस परमात्मा के चरणों नाल जुड़ गई, मेरे अंदरों मोह का धागा टुट गया। वो लिव परमात्मा नाल जुड़न कारण ਜਦੋਂ ਮੋਹ ਟੁੱਟਦਾ ਹੈ ਅਤੇ ਫਿਰ ਉਸ ਮੋਹ ਦੇ ਅਧੀਨ ਜੋ ਮਨ ਦੀ ਅਵਸਥਾ ਬਣਦੀ ਹੈ, ਮੇਰੀ ਤੇਰੀ ਦੀ ਅਵਸਥਾ ਬਣਦੀ ਹੈ, ਇਹ ਮੇਰਾ ਹੈ, ਇਹ ਤੇਰਾ ਹੈ, ਇਹ ਦਵੈਤ ਭਾਵ ਖਤਮ ਹੋ ਜਾਂਦਾ ਹੈ। ਤੇਰਾ ਬੋਲਤ ਕਹਾਂ ਸਮਾਈ, ਇਸ ਮੋਹ ਦੇ ਕਾਰਨ ਤਾਗਾ ਟੂਟਾ, ਮੋਹ ਦਾ ਧਾਗਾ ਟੁੱਟ ਗਿਆ। ਗगन ਬਿਨਸ ਗਿਆ, ਅਤੇ ਇਸ ਮੋਹ ਨੇ ਜੋ ਆਕਾਸ਼ ਸਿਰਜਿਆ ਹੋਇਆ ਸੀ, ਇਸ ਮੋਹ ਦੇ ਕਾਰਨ ਜੋ ਵੱਖਰੀ ਦੁਨੀਆ ਇਸਨੇ ਬਣਾ ਲਈ ਹੋਈ ਸੀ, ਮੇਰੀ ਮੇਰੀ ਦੀ, ਇਸ ਵੱਖਰੇ ਆਕਾਸ਼ ਦੇ ਥੱਲੇ ਬੈਠਾ ਮੇਰਾ ਮਨ ਮੇਰ ਤੇਰ ਦੇ ਇਸ ਉਧੇੜ ਬੁਣ ਵਿੱਚ ਹੀ ਲੱਗਾ ਰਹਿੰਦਾ ਸੀ। ਇਹ ਮੇਰਾ ਹੈ, ਇਹ ਮੇਰਾ ਹੈ। ਇਹ ਮੇਰ ਤੇਰ ਦੇ ਬੋਲਤ ਜਿਹੜੇ ਸਨ, ਤੇਰਾ ਬੋਲਤ ਕਹਾਂ ਸਮਾਈ, ਹੁਣ ਪਤਾ ਹੀ ਨਹੀਂ ਲੱਗਾ ਇਹ ਕਿੱਧਰ ਗਿਆ। ਜਦੋਂ ਮੋਹ ਟੁੱਟ ਗਿਆ, ਇਹ ਮੋਹ ਦਾ ਪਸਾਰਿਆ ਹੋਇਆ ਜਿੰਨਾ ਵੀ ਪਸਾਰਾ ਸੀ, ਕਿਉਂਕਿ ਜਿਨ੍ਹਾਂ ਨੇ ਇਹ ਸਮਝ ਲਿਆ ਕਿ ਇਹ ਸਰੀਰ ਉਸ ਪਰਮਾਤਮਾ ਨਾਲ ਮਿਲਣ ਦਾ ਇੱਕ ਸੁੰਦਰ ਢੰਗ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਆ ਹੈ। ਮਨੁੱਖਾ ਜੀਵਨ ਦਾ ਇਹ ਲਕਸ਼ ਵੀ ਹੈ, ਇਸ ਸਰੀਰ ਦੇ ਰਾਹੀਂ ਇਸ ਸਰੀਰ ਦੀ ਸੰਭਾਲ ਕਰਨੀ ਹੈ, ਕਿਉਂਕਿ ਇਸੇ ਸਰੀਰ ਦੇ ਰਾਹੀਂ ਉਸ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਤੇ ਇਹ ਜਦੋਂ ਤਬਦੀਲੀ ਆਈ ਉਸ ਪਰਮਾਤਮਾ ਨਾਲ ਸੁਰਤ ਜੋੜਨ ਕਰਕੇ, ਤੇ ਭਗਤ ਕਬੀਰ ਜੀ ਕਹਿੰਦੇ ਨੇ, ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਈ ਵੀ ਮੇਰੇ ਅੰਦਰ ਇਹ ਤਬਦੀਲੀ ਕਿਵੇਂ ਆ ਗਈ। ਇਹ ਸੰਸਾ, ਇਹ ਸ਼ੱਕ ਪਿਆ ਕਿ ਹੈ ਇਤਨੀ ਤਬਦੀਲੀ ਆ ਜਾਂਦੀ ਹੈ ਪਰਮਾਤਮਾ ਨਾਲ ਸੁਰਤ ਜੋੜਨ ਨਾਲ, ਹਰ ਵਕਤ ਮੈਂ ਇਸ ਨਾਲ ਜੁੜਿਆ ਰਹਿੰਦਾ ਹਾਂ। ਇਹ ਸੰਸਾ ਮੁੱਖ ਅਨਦਨ ਵਿਆਪ ਹੈ। ਅਨਦਨ ਦਾ ਅਰਥ ਹੁੰਦਾ ਹੈ ਹਰ ਰੋਜ਼, ਹਰ ਘੜੀ, ਹਰ ਪਲ, ਹਰ ਸਮੇਂ ਮੈਂ ਇਹ ਸੰਸਾ ਵੀ ਰਹਿੰਦਾ, ਇਹ ਸ਼ੱਕ ਵੀ ਰਹਿੰਦਾ ਕਿ ਹੈ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਯਾਦ, ਪਰਮਾਤਮਾ ਦੀ ਪ੍ਰੀਤ ਕੀ ਐਸੀ ਅਚਰਜ ਕੌਤਕ ਵਰਤਾਉਂਦੀ ਹੈ ਕਿ ਮੇਰੇ ਅੰਦਰੋਂ ਉਹ ਜਿਹੜਾ ਸਾਰਾ ਬੋਲ ਬੁਲਾਰਾ ਸੀ ਉਹ ਖਤਮ ਹੀ ਹੋ ਗਿਆ। ਹੁਣ ਇਸ ਬਾਰੇ ਮੈਨੂੰ ਕੋਈ ਦੱਸ ਵੀ ਨਹੀਂ ਪਾਉਂਦਾ, ਕਿਉਂਕਿ ਇਹ ਅਵਸਥਾ ਇੱਕ ਐਸੀ ਅਵਸਥਾ ਹੈ ਜਿਹੜੀ ਦੱਸੀ ਨਹੀਂ ਜਾ ਸਕਦੀ, ਸਮਝਾਈ ਨਹੀਂ ਜਾ ਸਕਦੀ। ਕੋਈ ਦੂਜਾ ਵੀ ਮੈਨੂੰ ਦੱਸ ਨਹੀਂ ਪਾਉਂਦਾ, ਸਿਰਫ ਮੈਂ ਮਹਿਸੂਸ ਕਰਦਾ ਹਾਂ। ਇਹ ਅਵਸਥਾ ਮਹਿਸੂਸ ਕਰਨ ਦੀ ਅਵਸਥਾ ਹੈ, ਇਸ ਨੂੰ ਬਿਆਨ ਕਰਕੇ ਸਮਝਾਇਆ ਨਹੀਂ ਜਾ ਸਕਦਾ, ਨਾ ਕੋਈ ਦੂਸਰਾ ਮੈਨੂੰ ਕੋਈ ਸਮਝਾ ਸਕਦਾ ਹੈ। ਮੈਂ ਇਸੀ ਤਬਦੀਲੀ ਨੂੰ, ਇਸ ਅਚਰਜ ਖੇਡ ਨੂੰ ਮਾਣ ਰਿਹਾ ਹਾਂ, ਇਸ ਆਨੰਦ ਵਿੱਚ ਬੈਠਾ ਵੇਖਦਾ ਹਾਂ
कि वाहिगुरु का प्यार, वाहिगुरु की प्रीत, ये सच्ची प्रीत है। दुनिया की प्रीत जिहड़ी मोह के कारण बनती सी, वो सारे प्यार, वो सारा मोह का पसारा आहिस्ता आहिस्ता खत्म हो जाता है। गुरु नानक साहब जी महाराज ने भी इस मोह के इस चक्कर का एक बड़ा सुंदर दृश्य पैदा किया सी गुरबाणी के अंदर कि माता पिता के संजोग नाल जदों बच्चे का जन्म हुंदा है, जन्म हुंदियां ही उस दे अंदर ये चेतन शक्ति, क्योंकि शरीर की रचना उदों ही बनती है जदों इस दे अंदर परमात्मा अपनी जोत का प्रकाश कर दिंदा है। ये शरीरा मेरिया हर तुम मैं जोत रखी तां तू जग में आया। उसकी जोत नाल, उसके ज्ञान प्रकाश नाल, उसकी चेतन शक्ति नाल माता पिता के संजोग तो इस मनुखी देही का सिरजना होया। पर जदों यही देही संसार विच पैदा हुई तो ये आले दुआले एक ऐसा पसारा पसरिया होया सी कि इसनूं अपने शरीर का अभ्यास होने लगा। ये मेरा शरीर है। भावें लोड़ां पहले घट सन, बचपन में सिर्फ माँ के दुध का ही प्यार सी, उहदे नाल ही प्रीत सी। फिर आहिस्ता आहिस्ता माता पिता, भैन भरा, होर अनेकों तरह के जिहड़े प्यार सन, मोह का जाल सी, ये पसरदा गया। गुरु नानक साहब जी ने इसकी एक लंबी फरिश्त बना के पहला प्यार लगा थान दुध, दूजा माए बाप की सुध, तीजा भैया भाभी वेब, चौथा प्यार उपरनी खेड़, पंजवें खाण पीण की धात, छेवें काम न पुछे जात, सतवें संझ किया करवास, अठवें क्रोध हुआ तन्नास, नावें धौले उबे सा, दसवें ददा हुआ सुहा। जे मनुख की सुरत इस समय परमात्मा नाल ना जुड़े तो यह सारा जीवन इस देह अध्यास विच ही गुजरदा है। इस शरीर दीयां लोड़ां पूरीआं कर करके इस शरीर नूं संभालण विच अते इस शरीर दे नाल संबंधित अपनी रिश्तेदारी, अपने परिवार संबंधियां दे चक्कर विच ही सारी जिंदगी बिता दिंदा है। पर जे देवनेत, जे उस परमात्मा की बख्शिश हो जाए, गुरु दे नाल इसदा मिलाप हो जाए, ये जिहड़ा मोह का जाल है ये आहिस्ता आहिस्ता टुटना शुरू हो जाता है। ये संजोगी ने साडे इस जीवन नूं चलाउण वास्ते, पर जे इन्हां विच ही खचत हो जाइए तां ते जिंदगी खत्म कि मनुख आया चला गया, आया गया मोया नाओ, पिछे पत्तल सदियो काम, नानक मनमुख अंध प्यार, बाज गुरु डोबा संसार। ये जीवन अजाई ही इस मोह दे सागर विच डुब जाता है, इस चिक्कड़ विच ही फसिया रहिंदा है। गुरु अर्जन पातशाह जी भी आखदे ने, पंक जो मोह पाग नहीं चालै, हम देखा तां डूबिया ले। सारा संसार मैं वेखदा जिहड़े इस मोह दे चिक्कड़ विच फस गए, इस मोह दे पसारे विच घिर गए, वो इसे मोह दे चिक्कड़ विच गर्क हो गए, इस विच अपनी जिंदगी नूं गवा बैठे। पर जिन्हां नूं सतगुरु ने बख्शिश कीती, जिन्हां दी संगत सतगुरु नाल होई, उन्हां दा जीवन बदलना शुरू हो गया। वैसे जदों असीं अपने शरीर की गल समझण दा यतन करिए तां ये गल पता लग जाती है कि साडी सुरत की घाड़त किवें करी जाती है, साडा जीवन किवें बदलदा है। इस नूं घाड़त करन वास्ते पहलां साडे दिमाग विच एक फुरना जिहा आउंदा है कि आह चीज़ की है, इस नूं किवें मैं अपने कोल लिया सकदा। उस फुरने तो उस दे चंगे माड़े होण दा परख कर लैंदा है मनुख, भी चंगी है जां माड़ी है। बस उस संगत विच पै के किसी चीज़ नूं अपने वल आकर्षित करदा है, उहदी मत बन लगदी है, उहदी अकल बन लगदी है भी ये चंगी, भावें चंगे पासे तुर पवे, भावें माड़े पासे तुर पवे। एक फुरना उठिया दिमाग विच कि यह चीज़ वेखनी है, भावें वो नशा होवे, भावें होर कोई खाण पीण दा पदार्थ होवे, उस नूं मानण दी कोशिश करदा है। पर जे उस दा चस्के विच फस गया, फिर उस जीवन दे विच ही समा जांदा है। भावें चंगा जां मंदा, ये साडी बुद्धि फिर टेस्ट करदी है, उसनूं टेस्ट करके जिस पासे दी घाड़त घड़ी गई, उस पासे उहदे विच ही वो फुरने तो उहदी मत बनदी है। फिर वो मत विच आई हुई चीज़ वो अपने जीवन में ढालना शुरू करदा है, वो मन का हिस्सा बन जाता है। इस मन की घाड़त नूं घड़न लई ही गुरु नानक पातशाह जी ने पूरे जपजी साहिब के अंदर एक ऐसे मनुख की घाड़त कड़ी जिहड़ी अंत सचियार मनुख तक लै जाती है। पर एक घड़ी शब्द ते सुरत के मेल नाल ही जानी है, ये गल समझण वाली है। अज के शब्द विच भगत कबीर जी ने जिहड़ी गल समझाउण दा यतन कीता है
ਕਿ ਜਦੋਂ ਮਨੁੱਖ ਇਸ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੈ, ਜੇ ਉਸ ਨੂੰ ਗੁਰੂ ਸ਼ਬਦ ਦੀ ਸੋਝੀ ਆ ਜਾਏ, ਉਸ ਨੂੰ ਗੁਰੂ ਦੇ ਉਪਦੇਸ਼ ਪਤਾ ਲੱਗਣ ਲੱਗ ਪੈਣ, ਤਾਂ ਉਸ ਦਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹਦੇ ਅੰਦਰੋਂ ਇਹ ਤਬਦੀਲੀ ਇਸ ਢੰਗ ਨਾਲ ਆਉਂਦੀ ਹੈ ਕਿ ਉਹ ਹੈਰਾਨ ਹੋ ਜਾਂਦਾ ਹੈ ਕਿ ਉਹ ਮੇਰਾ ਪਹਿਲਾ ਸੁਭਾਅ, ਉਹ ਮੇਰੀ ਪਹਿਲੀ ਸੋਚਣ ਦਾ ਢੰਗ, ਉਹ ਮੇਰੇ ਖਾਣ ਪੀਣ ਦਾ ਢੰਗ, ਉਹ ਪਹਿਲੇ ਵਰਤੋਂ ਵਿਹਾਰ ਦੇ ਜਿਹੜੇ ਤੌਰ ਤਰੀਕੇ ਸਨ, ਉਹ ਆਹਿਸਤਾ ਆਹਿਸਤਾ ਬਦਲਣੇ ਸ਼ੁਰੂ ਹੋ ਗਏ। ਇਸ ਤਬਦੀਲੀ ਨੂੰ ਅੱਜ ਦੇ ਸ਼ਬਦ ਰਾਹੀਂ ਭਗਤ ਕਬੀਰ ਜੀ ਨੇ ਵਰਣਨ ਕਰਨ ਦਾ ਯਤਨ ਕੀਤਾ ਹੈ, ਜਿਸ ਵਾਸਤੇ ਆਖਦੇ ਨੇ ਤਾਗਾ ਟੂਟਾ, ਧਾਗਾ ਟੁੱਟ ਗਿਆ, ਮੋਹ ਦਾ ਧਾਗਾ ਟੁੱਟ ਗਿਆ, ਗਗਨ ਬਿਨਸ ਗਿਆ। ਉਸ ਮੋਹ ਨੇ ਜੋ ਜਾਲ ਪਸਾਰਿਆ ਹੋਇਆ ਸੀ ਉਹ ਵੀ ਖਤਮ ਹੋ ਗਿਆ। ਤੇਰਾ ਬੋਲਤ ਕਹਾਂ ਸਮਾਈ, ਉਹ ਬੋਲ ਬੁਲਾਰੇ ਜਿਹੜੇ ਮਨ ਵਿੱਚ ਸ਼ੋਰ ਪਾਏ ਹੋਏ ਸਨ, ਉਹ ਕਿੱਧਰ ਗਏ? ਇਸ ਬਾਰੇ ਮੈਨੂੰ ਕੋਈ ਦੱਸ ਨਹੀਂ ਸਕਦਾ, ਸਿਰਫ ਮੈਂ ਮਹਿਸੂਸ ਕਰਦਾ ਕਿ ਗੁਰੂ ਦੇ ਸ਼ਬਦ ਨਾਲ, ਉਸ ਪ੍ਰਮਾਤਮਾ ਨਾਲ ਪ੍ਰੀਤ ਪਾਉਣ ਨਾਲ, ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਸੰਸਾਰ ਵਿੱਚ ਚੱਲਣ ਲਈ ਦੋ ਹੀ ਰਾਹ ਨੇ ਜ਼ਿੰਦਗੀ ਦੇ, ਇੱਕ ਹੈ ਪ੍ਰਮਾਤਮਾ ਨਾਲ ਲਿਵ ਜੋੜ ਲੈਣਾ, ਦੂਜਾ ਹੈ ਮਾਇਆ ਦੇ ਪਿੱਛੇ ਧਾਵਣੀ, ਮਾਇਆ ਦੇ ਪਿੱਛੇ ਭਟਕਣਾ, ਜਿਸ ਤੋਂ ਮੋਹ ਦਾ ਜਨਮ ਹੁੰਦਾ ਹੈ। ਲਿਵ ਧਾਤ ਦੋਏ ਰਾਹ ਹੈ, ਜ਼ਿੰਦਗੀ ਦੇ ਜਿਉਣ ਦੇ ਦੋ ਹੀ ਰਾਹ ਨੇ। ਜੇ ਤਾਂ ਮਾਇਆ ਦੇ ਵਿੱਚ ਖੱਚਤ ਹੋ ਗਿਆ ਤਾਂ ਫਿਰ ਇਸ ਦੇ ਬੋਲ ਬੁਲਾਰੇ ਵੱਖਰੇ ਨੇ, ਪਰ ਜੇ ਗੁਰੂ ਦੇ ਸ਼ਬਦ ਵਿੱਚ ਸੁਰਤ ਟਿਕ ਗਈ ਤਾਂ ਇਸ ਦਾ ਜੀਵਨ ਕਿਸੇ ਅਲੱਗ ਤਰ੍ਹਾਂ ਦੀ ਸ਼ੈਲੀ ਦਾ ਬਣ ਜਾਂਦਾ ਹੈ। ਉਹ ਸ਼ੈਲੀ ਬਾਰੇ ਭਗਤ ਕਬੀਰ ਜੀ ਦੇ ਅੱਜ ਦੇ ਸ਼ਬਦ ਰਾਹੀਂ ਬਿਆਨ ਕੀਤਾ ਹੈ। ਭਗਤ ਕਬੀਰ ਜੀ ਨੇ ਆਪਣੇ ਇੱਕ ਹੋਰ ਆਸਾ ਰਾਗ ਦੇ ਸ਼ਬਦ ਵਿੱਚ ਵੀ ਇਸੇ ਤਬਦੀਲੀ ਦਾ ਜ਼ਿਕਰ ਬੜਾ ਸੁੰਦਰ ਕੀਤਾ ਹੈ। ਭਾਵੇਂ ਬਹੁਤ ਸਾਰੇ ਰਾਗੀ ਕੀਰਤਨੀ ਸਾਡੇ ਜਦੋਂ ਸ਼ਬਦ ਨੂੰ ਗਾਇਨ ਕਰਦੇ ਨੇ, ਉਸ ਨੂੰ ਮੌਤ ਨਾਲ ਜੋੜ ਕੇ ਪੜ੍ਹ ਦਿੰਦੇ ਨੇ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਭਾਵੇਂ ਉਹ ਇਸ ਅਰਥਾਂ ਵਿੱਚ ਕਰਦੇ ਨੇ ਕਿ ਉਹ ਜਿਹੜੇ ਸਾਡੇ ਬਜ਼ੁਰਗ ਜਾਂ ਬਾਬੇ ਚਲੇ ਗਏ ਨੇ, ਪਤਾ ਨਹੀਂ ਕਿੱਧਰ ਗਏ, ਪਹਿਲਾਂ ਉਹ ਸਾਡੇ ਵਿੱਚ ਰਹਿੰਦੇ ਸਨ, ਉਹਨੂੰ ਮੌਤ ਨਾਲ ਜੋੜਿਆ ਹੋਇਆ। ਪਰ ਜਦੋਂ ਸ਼ਬਦ ਦੀ ਸਾਰੀ ਵਿਚਾਰ ਅਸੀਂ ਪੜ੍ਹਨਾ ਸ਼ੁਰੂ ਕਰੀਏ, ਉਹਦੇ ਅੰਦਰ ਵੀ ਇਹੀ ਸ਼ਬਦ ਜਿਹੜਾ ਭਗਤ ਕਬੀਰ ਜੀ ਨੇ ਅੱਜ ਦੇ ਸ਼ਬਦ ਵਿੱਚ ਕੀਤਾ ਹੈ, ਤੇਰਾ ਬੋਲਤ ਕਹਾਂ ਸਮਾਈ, ਉੱਥੇ ਵੀ ਬੋਲਤੇ ਸ਼ਬਦ ਅਲੱਗ ਹੈ। ਬਾਬਾ ਬੋਲਤੇ ਤੇ ਕਹਾਂ ਗਏ, ਉਹ ਜਿਹੜੇ ਪਹਿਲੇ ਬੋਲ ਬੁਲਾਰੇ ਸਨ ਹੁਣ ਕਿੱਧਰ ਗਏ? ਐਸੀ ਤਬਦੀਲੀ ਆ ਗਈ। ਉਹ ਸਾਰੇ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਇਸੇ ਤਬਦੀਲੀ ਦਾ ਉਲੇਖ ਬੜੇ ਸੁੰਦਰ ਢੰਗ ਨਾਲ ਕੀਤਾ ਹੈ। ਕਹਿੰਦੇ ਮੇਰੇ ਦਿਮਾਗ ਵਿੱਚ ਉਹ ਜੋ ਪਹਿਲਾ ਖਿਲਾਰਾ ਸੀ, ਉਹਦੀ ਇੱਕ ਬੂੰਦ ਨਹੀਂ ਰਹੀ। ਮੇਰੇ ਦਿਮਾਗ ਵਿੱਚ ਉਹ ਮੋਹ ਦਾ ਜਿਹੜਾ ਚਿੱਕੜ ਫਸਿਆ ਹੋਇਆ ਸੀ, ਮੈਂ ਮੇਰੀ ਦਾ ਮੇਰ ਤੇਰ ਦੀ ਵਿਤਕਰੇ ਫਸੇ ਹੋਏ ਸਨ, ਇਹ ਇੱਕ ਦੀ ਇੱਕ ਬੂੰਦ ਵੀ ਨਹੀਂ ਰਹੀ, ਪਤਾ ਨਹੀਂ ਮਿਟ ਹੀ ਗਿਆ। ਇਸ ਮੋਹ ਦੇ ਚਿੱਕੜ ਨੇ, ਇਸ ਮੋਹ ਦੇ ਸ਼ੋਰ ਸ਼ਰਾਬੇ ਦੇ ਕਾਰਨ ਮੇਰੇ ਦਿਮਾਗ ਵਿੱਚ ਜੋ ਸ਼ੋਰ ਸ਼ਰਾਬਾ ਚੱਲ ਰਿਹਾ ਸੀ, ਇਹ ਕਿੱਧਰ ਗਿਆ? ਇਹ ਮਿਟ ਹੀ ਗਿਆ। ਅਤੇ ਇਹਨੂੰ ਮਿਟਾਉਣ ਵਾਲਾ ਕੌਣ ਸੀ? ਅਕਾਲ ਪੁਰਖ ਵਾਹਿਗੁਰੂ ਆਪ ਹੀ। ਜਿਉਂ-ਜਿਉਂ ਮੇਰਾ ਸੁਰਤ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜੀ, ਉਸ ਪ੍ਰਮਾਤਮਾ ਨੇ ਉਸ ਮਾਇਆ ਦੇ, ਉਸ ਮੋਹ ਦੇ ਜਾਲ ਦੇ ਉਸ ਤੇਜ ਨੂੰ, ਜਿਸ ਦੇ ਵਿੱਚ ਇਹ ਸਾਰਾ ਸਰੀਰ ਘਿਰਿਆ ਹੋਇਆ ਸੀ, ਉਹ ਤੇਜ ਹੀ ਗਾਇਬ ਕਰ ਦਿੱਤਾ। ਉਹ ਬੁਲਾਰੇ, ਉਹ ਬੋਲ, ਉਹ ਮੇਰੇ ਸੋਚਣ ਦੇ ਢੰਗ, ਮੇਰੇ ਕਰਮ ਬਦਲਣੇ ਸ਼ੁਰੂ ਹੋ ਗਏ। ਉਹ ਹੁਣ ਇਸ ਦੇਹੀ ਦੇ ਆਲੇ ਦੁਆਲੇ ਜੋ ਸ਼ੋਰ ਪਿਆ ਹੋਇਆ ਸੀ, ਦੇਹੀ ਕੇ ਸੰਗ ਰਹਤੇ, ਜਿਹੜੇ ਦੇਹੀ ਦੇ ਵਿੱਚ ਹੀ ਰਹਿੰਦੇ ਸਨ, ਹੁਣ ਪਤਾ ਨਹੀਂ ਕਿੱਧਰ ਚਲੇ ਗਏ। ਜਦੋਂ ਮੈਂ ਉਸ ਮੋਹ ਦੇ ਜਾਲ ਦੀ ਸੁਰਤ ਵਿੱਚ ਟਿਕਿਆ ਹੋਇਆ ਸਾਂ ਅਤੇ ਉਹਦੀਆਂ ਗੱਲਾਂ ਕਰਦਾ ਸਾਂ, ਇਹ ਮੇਰਾ ਸਰੀਰ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਧੀ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਦੌਲਤ ਹੈ, ਇਹ ਮੇਰੀ ਕੋਠੀਆਂ ਨੇ, ਇਹ ਮੇਰੇ ਕਾਰਾਂ ਨੇ, ਬਸ ਸਾਰੇ ਉਸੇ ਦੇ ਚੱਕਰ ਵਿੱਚ ਘੁੰਮ ਰਿਹਾ ਸਾਂ। ਇਹੀ ਗੱਲਬਾਤ ਹੁੰਦੀ ਸੀ, ਆਪਣੇ ਘਰ ਦੀਆਂ ਹੀ ਗੱਲਾਂ ਸਾਰੀ ਜ਼ਿੰਦਗੀ ਮੈਂ ਕਰਦਾ ਰਿਹਾ ਹਾਂ, ਹੁਣ ਖਤਮ ਹੋ ਗਏ। ਅਤੇ ਮੈਂ ਜਦੋਂ ਹੈਰਾਨ ਹੋ ਕੇ ਸਵਾਲ ਕਰਦਾ ਕਿ ਉਹ ਕਿਵੇਂ ਖਤਮ ਹੋ ਗਿਆ? ਉਹ ਮੇਰਾ ਮਨ ਜੋ ਪਹਿਲਾਂ ਇਸ ਸਰੀਰ ਦੇ ਅਧਿਆਸ ਵਿੱਚ ਹੀ ਲੱਗਾ ਹੋਇਆ ਸੀ, ਹੁਣ ਕਿਵੇਂ ਬਦਲ ਗਿਆ? ਕਹਿੰਦੇ ਉਹ ਮਨ ਹੀ ਬਦਲ ਗਿਆ, ਕਿਉਂਕਿ ਜਦੋਂ ਸੁਰਤ ਵਿੱਚ ਸ਼ਬਦ ਟਿਕਦਾ ਹੈ, ਮਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਮਝ ਆਉਣ ਲੱਗਦੀ ਹੈ ਬਾਣੀ ਦੀ, ਸਮਝ ਕੇ ਬਾਣੀ ਪੜ੍ਹਨਾ ਸ਼ੁਰੂ ਕਰੀਏ। ਜਦੋਂ ਸਮਝ ਕੇ ਪੜ੍ਹਦੇ ਹਾਂ ਤਾਂ ਉਹ ਸਾਡੇ ਮਨ ਦਾ ਹਿੱਸਾ ਬਣਦਾ ਜਾਂਦਾ ਹੈ, ਅਤੇ ਮਨ ਹੀ ਫਿਰ ਚਾਲਕ ਬਣ ਜਾਂਦਾ ਹੈ ਸਰੀਰ ਨੂੰ ਚਲਾਉਣ ਦਾ। ਜੇ ਮਨ ਮਾਇਆ ਦੇ ਗੇੜ ਵਿੱਚ ਫਸਿਆ ਰਿਹਾ ਤਾਂ ਇਸਨੇ ਇਸ ਦੁਨੀਆ ਦੀਆਂ ਗੱਲਾਂ ਹੀ ਕਰਨੀਆਂ, ਦੁਨੀਆਦਾਰੀ ਦੇ ਚੱਕਰਾਂ ਵਿੱਚ ਹੀ ਫਸੇ ਰਹਿਣਾ। ਪਰ ਜੇ ਮਨ ਵਿੱਚ ਉਸ ਪਰਮੇਸ਼ਰ ਦੀ ਪ੍ਰੀਤ ਜਾਗ ਪਵੇ, ਉਸ ਸੱਚ ਨਾਲ ਇਸ ਦਾ ਪ੍ਰੇਮ ਬਣ ਜਾਏ, ਫਿਰ ਉਹ ਮਨ ਆਪਣੀ ਦਿਸ਼ਾ ਬਦਲ ਲੈਂਦਾ ਹੈ। ਉਹ
ਖਤਮ ਹੋ ਜਾਂਦਾ ਹੈ ਮਨ ਜਿਸ ਨੇ ਇਹ ਸ਼ੋਰ, ਜਿਸ ਨੇ ਇਹ ਢੋਲ ਢਮਾਕਾ ਵਜਾਇਆ ਹੋਇਆ ਸੀ। ਮਨ ਦੀਆਂ ਉਹ ਵਿਚਾਰਾਂ ਵੀ ਬਦਲ ਜਾਂਦੀਆਂ ਨੇ। ਉਹ ਸਾਰੀ ਮਨ ਦੀ ਇਸ ਸਰੀਰ ਦੇ ਅਧਿਆਸ ਦੀ, ਇਸ ਦੁਨੀਆਦਾਰੀ ਦੀਆਂ ਗੱਲਾਂ ਦੀ ਸ਼ਕਤੀ ਖਤਮ ਹੋਣ ਲੱਗਦੀ ਹੈ। ਕੰਨ ਮਾਨੋ ਵਿਕਲ ਹੋ ਜਾਂਦੇ ਨੇ। ਕੰਨ ਹੁਣ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੇ। ਕੰਨ ਦੇ ਅੰਦਰ ਜਿਹੜਾ ਪਹਿਲਾਂ ਨਿੰਦਿਆ ਕਰਨੀ ਤੇ ਸੁਣਨ ਦਾ ਅਭਿਆਸ ਬਣਿਆ ਹੋਇਆ ਸੀ, ਉਹ ਖਤਮ ਹੋ ਜਾਂਦੀ ਹੈ। ਗਿਆਨ ਇੰਦਰੇ ਤੇ ਕਰਮ ਇੰਦਰੇ ਜੋ ਵਿਕਾਰਾਂ ਵਿੱਚ ਫਸ ਗਏ ਸਨ ਮੋਹ ਦੇ ਕਾਰਨ, ਉਹ ਵੀ ਆਪਣੇ ਉਸ ਸ਼ਕਤੀ ਨੂੰ ਗਵਾ ਬੈਠੇ। ਪੈਰ ਜਿਹੜੇ ਮਾਰੇ ਪਾਸੇ ਜਾਂਦੇ ਸਨ, ਪੈਰ ਗਲਤ ਰਾਹ ਤੇ ਤੁਰੇ ਹੋਏ ਸਨ, ਉਸੇ ਮਨ ਦੇ ਆਖੇ ਲਾ ਕੇ ਗਲਤ ਰਾਹ ਤੇ ਤੁਰੇ ਹੋਏ ਸਨ, ਉਹ ਹੁਣ ਕਮਜ਼ੋਰ ਹੋ ਗਏ। ਹੁਣ ਜ਼ਬਾਨ ਜੋ ਪਹਿਲਾਂ ਕਿਸੇ ਨੂੰ ਮੰਦੇ ਬਚਨ ਬੋਲਦੀ ਸੀ, ਉਹ ਜ਼ਬਾਨ ਹੁਣ ਮਿੱਠੇ ਬੋਲਣ ਲੱਗ ਪਈ। ਉਹ ਵਿਕਾਰ ਜੋ ਪਹਿਲੇ ਮੈਨੂੰ ਨਚਾਈ ਫਿਰਦੇ ਸਨ, ਪੰਜ ਦੂਤ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਕਾਰ ਮੈਨੂੰ ਠਗੀ ਜਾ ਰਹੇ ਸਨ, ਇਹ ਹੁਣ ਆਪਣੇ ਆਪਣੇ ਪਾਸੇ ਨੂੰ ਹੋ ਗਏ। ਮਨ ਹਾਥੀ ਬਣ ਕੇ ਰਾਜ ਕਰ ਰਿਹਾ ਸੀ, ਹੁਣ ਮਨ ਦਾ ਦਿਸ਼ਾ ਬਦਲ ਗਈ। ਉਹ ਮਨ ਵੀ ਥੱਕ ਗਿਆ ਅਤੇ ਇਹ ਮਨ ਦਾ ਤੇਜ ਪ੍ਰਤਾਪ ਹੁਣ ਮੈਨੂੰ ਸੱਚ ਦੇ ਰਾਹ ਤੇ ਤੋਰਨ ਦਾ ਕਾਰਨ ਬਣ ਗਿਆ। ਮੇਰੇ ਸਾਰੇ ਹੀ 10 ਦੁਆਰੇ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਇਹ ਸਾਰੇ ਹੀ ਦੁਆਰੇ ਹੁਣ ਬੰਦ ਹੋ ਗਏ। ਭਾਵ ਇਹਨਾਂ ਨੇ ਆਪਣੀ ਪਹਿਲੀ ਜਿਹੜੀ ਬਿਰਤੀ ਸੀ ਉਹ ਛੱਡ ਦਿੱਤੀ। ਅੱਖਾਂ ਪਹਿਲਾਂ ਪਰਾਇਆ ਰੂਪ ਪਰਾਇਆ ਧਨ ਤੱਕਦੀਆਂ ਸਨ, ਹੁਣ ਬਦਲ ਗਈਆਂ, ਇਹ ਸ਼ਬਦ ਨਾਲ ਜੁੜ ਗਈਆਂ। ਕੰਨ ਪਹਿਲੇ ਨਿੰਦਿਆ ਚੁਗਲੀ ਸੁਣਦੇ ਸਨ, ਇਹ ਕੰਨਾਂ ਦੀ ਸੋਚਣੀ ਬਦਲ ਗਈ। ਮਨ ਵਿੱਚ ਜਿਹੜੇ ਵਿਕਾਰ ਸਨ ਹੁਣ ਬਦਲ ਕੇ ਇਹ ਚੰਗੇ ਪਾਸੇ ਲੱਗ ਗਏ। ਮੋਹ ਦਾ ਬਦਲ ਪ੍ਰੇਮ ਵਿੱਚ ਬਦਲ ਗਿਆ। ਗੁਰਮਤਿ ਫਿਲਾਸਫੀ ਵਿੱਚ ਜਦੋਂ ਅਸੀਂ ਵਿਕਾਰਾਂ ਦੀ ਗੱਲ ਕਰਦੇ ਹਾਂ, ਭਾਵੇਂ ਸ਼ਬਦ ਵਰਤੇ ਜਾਂਦੇ ਨੇ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਨਾ ਹੈ, ਪਰ ਇਹ ਖਤਮ ਨਹੀਂ ਹੁੰਦੇ, ਖਤਮ ਹੋ ਵੀ ਨਹੀਂ ਸਕਦੇ, ਕਿ ਪਰਮਾਤਮਾ ਨੇ ਆਪ ਹੀ ਸਾਡੇ ਅੰਦਰ ਇਹ ਬਣਤ ਬਣਾਈ ਹੋਈ ਹੈ। ਪਰ ਅਸੀਂ ਗੁਰੂ ਸ਼ਬਦ ਦੀ ਬਰਕਤ ਨਾਲ ਇਹਨਾਂ ਵਿਕਾਰਾਂ ਨੂੰ, ਇਹਨਾਂ ਦੀ ਦਸ਼ਾ ਨੂੰ ਬਦਲਦੇ ਹਾਂ। ਜਦੋਂ ਗੁਰਬਾਣੀ ਪੜ੍ਹ ਕੇ ਕਾਮ ਨੂੰ ਸੰਜਮ ਵਿੱਚ ਬਦਲ ਲੈਣਾ, ਕਾਮ ਵਿਕਾਰ ਹੈ, ਸੰਜਮ ਇੱਕ ਗੁਣ ਹੈ। ਲੋਭ ਵਿਕਾਰ ਹੈ, ਔਗਣ ਹੈ, ਪਰ ਜੇ ਇਸ ਨੂੰ ਪੁਰਸ਼ਾਰਥ ਵਿੱਚ ਬਦਲ ਲਈਏ, ਮਿਹਨਤ ਵਿੱਚ ਬਦਲ ਲਈਏ, ਇਹ ਗੁਣ ਬਣ ਜਾਂਦਾ ਹੈ। ਇਵੇਂ ਹੰਕਾਰ ਵਿਕਾਰ ਹੈ, ਔਗਣ ਹੈ, ਪਰ ਜੇ ਗੁਰਬਾਣੀ ਦੀ ਸੰਗਤ ਕਰਕੇ ਇਸ ਹੰਕਾਰ ਨੂੰ ਸਵੈਮਾਨ ਵਿੱਚ ਬਦਲ ਲਈਏ, ਜਿਹੜਾ ਹੰਕਾਰ ਅਸੀਂ ਆਪਣੀ ਧਨ ਦੌਲਤ ਮਾਇਆ ਦੇ ਪਸਾਰੇ ਦਾ ਕਰਦੇ ਹਾਂ, ਉਸ ਵਿੱਚ ਗੁਰੂ ਤੇ ਮਾਣ ਹੋ ਜਾਏ, ਪਰਮਾਤਮਾ ਦੀ ਉਸ ਅਸੀਮ ਸ਼ਕਤੀ ਤੇ ਮਾਣ ਬਣ ਜਾਏ, ਜੀਵਨ ਬਦਲ ਜਾਂਦਾ ਹੈ। ਇਵੇਂ ਹੀ ਸਾਡਾ ਜਿਹੜਾ ਮੋਹ ਹੈ, ਇਹਦੀ ਦਸ਼ਾ ਬਦਲ ਜਾਂਦੀ ਹੈ ਪ੍ਰੇਮ ਵਿੱਚ। ਇਹ ਮੋਹ ਆਪਣੇ ਲਈ ਕੁਝ ਮੰਗਦਾ ਹੈ, ਪਰ ਪ੍ਰੇਮ ਵਿੱਚ ਇਹ ਆਪਣਾ ਕੁਰਬਾਨ ਕਰਨ ਲਈ ਤਿਆਰ ਹੁੰਦਾ ਹੈ। ਮੋਹ ਸੰਸਾਰ ਨਾਲ ਹੁੰਦਾ ਹੈ ਅਤੇ ਪ੍ਰੇਮ ਪਰਮਾਤਮਾ ਨਾਲ ਹੁੰਦਾ ਹੈ, ਗੁਰੂ ਨਾਲ ਹੁੰਦਾ ਹੈ। ਜਦੋਂ ਅਸੀਂ ਸੰਸਾਰ ਨਾਲ ਮੋਹ ਪਾਉਂਦੇ ਹਾਂ ਤਾਂ ਕੁਝ ਪ੍ਰਾਪਤ ਕਰਨ ਦਾ ਯਤਨ ਕਰਦੇ ਹਾਂ, ਪਰ ਜਦੋਂ ਗੁਰੂ ਪਰਮੇਸ਼ਰ ਨਾਲ ਪਿਆਰ ਪਾਉਂਦੇ ਹਾਂ, ਉਦੋਂ ਕੁਝ ਦੇਣ ਦਾ ਦਿਲ ਕਰਦਾ ਹੈ, ਕੁਝ ਭਲਾ ਕਰਨ ਦਾ ਦਿਲ ਕਰਦਾ ਹੈ, ਕੁਝ ਚੰਗਾ ਕਰਨ ਦਾ ਦਿਲ ਕਰਦਾ ਹੈ। ਇਹ ਤਬਦੀਲੀ ਆਉਂਦੀ ਹੈ ਗੁਰੂ ਸ਼ਬਦ ਦੀ ਬਰਕਤ ਨਾਲ। ਭਗਤ ਕਬੀਰ ਜੀ ਨੇ ਇੱਕ ਹੋਰ ਬੜਾ ਸੁੰਦਰ ਦ੍ਰਿਸ਼ਟਾਂਤ ਦੇ ਕੇ ਇਸ ਅਵਸਥਾ ਨੂੰ ਬਿਆਨ ਕੀਤਾ ਬਾਣੀ ਦੇ ਅੰਦਰ। ਭਗਤ ਕਬੀਰ ਜੀ ਆਖਦੇ ਹਨ ਕਿ ਮੇਰੀਆਂ 2 ਪਤਨੀਆਂ ਸਨ। ਕਬੀਰ ਸਾਹਿਬ ਜੀ ਦੀ ਜਿਤਨੀ ਬਾਣੀ ਅਸੀਂ ਪੜ੍ਹਦੇ ਹਾਂ, ਉਹਦੇ ਅੰਦਰ ਬਹੁਤ ਸਾਰੇ ਸ਼ਬਦ ਜੋਗ ਮਤ ਨਾਲ ਜੁੜੇ ਹੁੰਦੇ ਨੇ। ਭਾਵੇਂ ਗੁਰੂ ਸਾਹਿਬ ਜੀ ਨੇ ਵੀ ਜੋਗੀਆਂ ਨੂੰ ਜਦੋਂ ਗੱਲ ਸਮਝਾਈ ਸੀ ਤਾਂ ਉਹਨਾਂ ਦੇ ਹੀ ਸ਼ਬਦ ਵਰਤ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ। ਜਪਜੀ ਸਾਹਿਬ ਵਿੱਚ ਮੁੰਦਾਂ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ, ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਇਹ ਸ਼ਬਦ ਵਰਤ ਕੇ ਉਹਨਾਂ ਦੀ ਜੀਵਨ ਦਸ਼ਾ ਨੂੰ ਬਦਲਿਆ ਸੀ। ਇਹ ਮੁੰਦਰਾਂ ਪਹਿਨਣ ਦੀ ਲੋੜ ਨਹੀਂ, ਸੰਤੋਖੀ ਬਿਰਤੀ ਬਣਾ, ਇਹੀ ਮੁੰਦਰਾਂ ਨੇ। ਇਵੇਂ ਕਬੀਰ ਸਾਹਿਬ ਜੀ ਨੇ ਵੀ ਸ਼ਬਦ ਉਹ ਵਰਤੇ ਨੇ ਜੋਗੀਆਂ ਵਾਲੇ, ਅਤੇ ਉਹਨਾਂ ਨੂੰ ਜੀਵਨ ਦੀ ਅਸਲੀਅਤ ਸਮਝਾਉਣ ਦਾ ਯਤਨ ਕੀਤਾ। ਤੇ ਭਗਤ ਕਬੀਰ ਜੀ ਆਖਦੇ ਨੇ ਮੇਰੀਆਂ 2 ਵਹੁਟੀਆਂ ਸਨ, ਪਹਿਲੀ ਵਹੁਟੀ ਮਰ ਗਈ, ਦੂਜੀ ਵਹੁਟੀ ਆ ਗਈ। ਦੂਸਰੀ ਵਹੁਟੀ ਤੇ ਪਹਿਲੀ ਵਹੁਟੀ ਦਾ ਉਹ ਦ੍ਰਿਸ਼ ਚਿਤਰਨ ਕਰਦੇ ਨੇ। ਕਹਿੰਦੇ ਜਿਹੜੀ ਮੇਰੀ ਪਹਿਲੀ ਪਤਨੀ ਸੀ ਉਹ ਬੜੀ ਭੈੜੀ ਸ਼ਕਲ ਦੀ ਸੀ,
ਉਹਦੀ ਜ਼ਾਤ ਬੜੀ ਕਮੀਨੀ ਸੀ, ਉਹ ਕੁਲੱਖਣ ਸੀ, ਉਹਦੇ ਲੱਛਣ ਬੜੇ ਖਰਾਬ ਸਨ। ਉਹ ਸਹੁਰੇ ਪੇਕੇ ਦੋਨਾਂ ਘਰ ਵਿੱਚ ਝਗੜਾ ਪਾਈ ਰੱਖਦੀ ਸੀ। ਅਤੇ ਜਿਹੜੀ ਹੁਣ ਮੇਰੀ ਦੂਜੀ ਵਹੁਟੀ ਆਈ ਹੈ, ਪਹਿਲੀ ਮਰ ਗਈ, ਹੁਣ ਦੂਸਰੀ ਵਹੁਟੀ, ਦੂਸਰਾ ਵਿਆਹ ਹੋਇਆ, ਤੇ ਜਿਹੜੀ ਹੁਣ ਵਾਲੀ ਮੇਰੀ ਵਹੁਟੀ ਹੈ ਇਹ ਬੜੀ ਸੋਹਣੀ ਹੈ, ਸਰੂਪ ਹੈ, ਅਤੇ ਇਹ ਸੁਜਾਨ ਵੀ ਹੈ, ਸਿਆਣੀ ਵੀ ਹੈ, ਇਹ ਬੜੇ ਚੰਗੇ ਕਰਮਾਂ ਵਾਲੀ ਵੀ ਹੈ, ਸੁਲੱਖਣੀ ਵੀ ਹੈ, ਅਤੇ ਸਹਿਜ ਵਿੱਚ ਹੀ ਇਹ ਮੇਰੇ ਅੰਦਰ ਵਸ ਗਈ ਹੈ। ਭਾਵ ਇਹਦੇ ਨਾਲ ਮੇਰਾ ਪਿਆਰ ਬਣ ਗਿਆ। ਭਲਾ ਹੋਇਆ, ਚੰਗਾ ਹੋਇਆ, ਮੇਰੀ ਪਹਿਲੀ ਵਹੁਟੀ ਮਰ ਗਈ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ। ਜਿਹੜੀ ਮੇਰੀ ਪਹਿਲਾਂ ਵਿਆਹੀ ਸੀ, ਉਹ ਮੇਰੀ ਬਿਰਤੀ ਜਿਹੜੀ ਪਹਿਲਾਂ ਭੈੜੀ ਬਿਰਤੀ ਸੀ, ਗੰਦੀ ਬਿਰਤੀ ਸੀ, ਭੈੜੇ ਲੱਛਣਾਂ ਵਾਲੀ ਬਿਰਤੀ ਸੀ, ਭੈੜੇ ਕੰਮਾਂ ਵਾਲੀ ਬਿਰਤੀ ਸੀ, ਉਹ ਖਤਮ ਹੋ ਗਈ। ਉਹ ਮੇਰੇ ਇਸ ਘਰ ਵਿੱਚ ਵੀ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਝਗੜੇ ਪਾਈ ਰੱਖਦੀ ਸੀ। ਪਰ ਜਦੋਂ ਹੁਣ ਮੈਂ ਗੁਰੂ ਸ਼ਬਦ ਨਾਲ ਜੁੜ ਗਿਆ, ਭਗਤ ਕਬੀਰ ਜੀ ਕਹਿੰਦੇ ਨੇ, ਉਹ ਮੇਰੀ ਪਹਿਲੀ ਬਿਰਤੀ ਮਰ ਗਈ, ਅਤੇ ਹੁਣ ਜਿਹੜੀ ਮੇਰੀ ਬਿਰਤੀ ਬਣੀ ਹੈ, ਜਿਹੜੀ ਚੰਗੀ ਜ਼ਾਤ ਵਾਲੀ ਹੈ, ਸਿਆਣੀ ਹੈ, ਚੰਗੇ ਕਰਮ ਕਰਵਾਉਂਦੀ ਹੈ ਤਾਂ ਬਿਰਤੀ ਹੈ ਤੇ ਮਨ ਦਾ ਸੁਭਾਅ ਹੀ ਹੈ। ਮਨ ਦਾ ਸੁਭਾਅ ਅਗਰ ਮਾਇਆ ਵਿੱਚ ਖੱਚਤ ਹੋ ਗਿਆ ਤਾਂ ਇਹ ਮਨੁੱਖ ਨੂੰ ਭਟਕਾ ਦਿੰਦਾ ਹੈ। ਪਰ ਜਦੋਂ ਇਹੀ ਮਨ ਦਾ ਸੁਭਾਅ ਬਦਲ ਜਾਏ ਤਾਂ ਇਹ ਸਹਿਜੇ ਹੀ ਪਿਆਰਾ ਪਿਆਰਾ ਲੱਗਣ ਲੱਗ ਪੈਂਦਾ ਹੈ। ਫਿਰ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਆਉਣ ਲੱਗਦੀ ਹੈ, ਤੇ ਫਿਰ ਇਹ ਆਪਣੇ ਆਪ ਮੂੰਹੋਂ ਨਿਕਲਦਾ, ਚੰਗਾ ਹੋਇਆ ਮੇਰੀ ਪਹਿਲੀ ਬਿਰਤੀ ਮਰ ਗਈ, ਹੁਣ ਜੋ ਨਵੀਂ ਬਿਰਤੀ ਆਈ ਹੈ, ਜੁਗ ਜੁਗ ਜੀਵੋ ਮੇਰੀ ਅਬ ਕੀ ਥਰੀ। ਇਹ ਬਿਰਤੀ ਸਦਾ ਕਾਇਮ ਰਹੇ। ਮੈਂ ਅਰਦਾਸ ਕਰਦਾ, ਵਾਹਿਗੁਰੂ ਕਿਰਪਾ ਕਰੀ, ਇਹ ਜੋ ਹੁਣ ਬਿਰਤੀ ਬਣੀ ਹੈ, ਇਹ ਜਿਹੜੀ ਮੇਰੀ ਹੁਣ ਸੋਚ ਬਣੀ ਹੈ, ਗੁਰੂ ਦੀ ਸਾਖੀ ਸੁਣ ਕੇ, ਗੁਰੂ ਦੀ ਸ਼ਬਦ ਸੁਣ ਕੇ, ਇਹ ਟਿਕੀ ਰਵੇ, ਇਹ ਹਮੇਸ਼ਾ ਰਵੇ ਮੇਰੇ ਨਾਲ। ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਵੀ ਇਸ ਅਵਸਥਾ ਨੂੰ ਬਿਆਨ ਕੀਤਾ ਹੈ। ਉਹ ਕਹਿੰਦੇ ਨੇ, ਮੈਂ ਪਹਿਲਾਂ ਜੋ ਬੋਲਦਾ ਸਾਂ, ਹੁਣ ਨਹੀਂ ਬੋਲਦਾ, ਹੁਣ ਮੈਂ ਗੂੰਗਾ ਹੋ ਗਿਆ। ਪਹਿਲਾਂ ਜੋ ਮੈਂ ਭੈੜੇ ਬੋਲ ਸੁਣਦਾ ਸਾਂ, ਹੁਣ ਨਹੀਂ ਸੁਣਦਾ, ਹੁਣ ਬਹਿਰਾ ਹੋ ਗਿਆ ਹਾਂ। ਪਹਿਲਾਂ ਮੇਰੇ ਪੈਰ ਜਿਹੜੇ ਮਾੜੇ ਕੰਮਾਂ ਵੱਲ ਜਾਂਦੇ ਸਨ, ਉਹ ਜਾਣੋਂ ਹਟ ਗਏ, ਕਿਉਂਕਿ ਮੈਂ ਪਿੰਗਲਾ ਹੋ ਗਿਆ। ਇਹ ਤਬਦੀਲੀ ਆਈ ਕਿਵੇਂ? ਕਿਉਂਕਿ ਸਤਿਗੁਰੂ ਨੇ ਆਪਣੇ ਨਾਮ ਦਾ ਤੀਰ ਮਾਰਿਆ, ਐਸਾ ਤੀਰ ਮਾਰਿਆ, ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਭਰਾ ਕਰੇ ਜੇ ਛੇਕ। ਮੇਰੇ ਅੰਦਰ ਵਿੰਨ ਗਿਆ, ਮੇਰੇ ਅੰਦਰਲੇ ਸੁਭਾਅ ਨੂੰ ਵਿੰਨ ਕੇ ਮੇਰਾ ਇਹ ਜੀਵਨ ਬਦਲ ਦਿੱਤਾ। ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਾਇਆ, ਮਾਰਿਆ ਸਤਿਗੁਰਬਾਨ। ਇਹ ਸਤਿਗੁਰੂ ਦੇ ਅਣਿਆਲੇ ਤੀਰ, ਸਤਿਗੁਰੂ ਦੇ ਦਿੱਤੇ ਹੋਏ ਇਹ ਉਪਦੇਸ਼ ਰੂਪੀ ਬਚਨ ਮੇਰੇ ਹਿਰਦੇ ਵਿੱਚ, ਮੇਰੇ ਹਿਰਦੇ ਨੂੰ ਵਿੰਨ ਗਏ, ਮੇਰੇ ਹਿਰਦੇ ਵਿੱਚ, ਮੇਰੇ ਦਿਮਾਗ ਵਿੱਚ ਵਸ ਗਏ, ਅਤੇ ਮੇਰਾ ਮਨ ਬਦਲਣਾ ਸ਼ੁਰੂ ਹੋ ਗਿਆ। ਇਹ ਤਬਦੀਲੀ ਆ ਗਈ ਜੀਵਨ ਦੇ ਅੰਦਰ, ਕਿ ਇਹ ਬਸ ਇੰਜ ਹੈ ਜਿਵੇਂ ਇੱਕ ਗਿਆਨ ਦੀ ਹਨੇਰੀ ਆ ਜਾਏ ਤੇ ਬੰਦਾ ਸੋਚਣ ਲੱਗਦਾ ਵੀ ਹੈ, ਜਿਵੇਂ ਹਨੇਰੀ ਆਉਂਦੀ ਆ, ਸਾਰਾ ਕੁਝ ਉਥਲ ਪੁਥਲ ਹੋ ਜਾਂਦਾ ਹੈ, ਇੱਕ ਪਾਸਿਓਂ ਹਵਾ ਉਡਾ ਕੇ ਦੂਜੇ ਪਾਸੇ ਲੈ ਜਾਂਦੀ ਹੈ। ਇਵੇਂ ਗੁਰੂ ਦੇ ਗਿਆਨ ਦੀ ਹਨੇਰੀ ਜਦੋਂ ਆਉਂਦੀ ਹੈ, ਉਦੋਂ ਵੀ ਇਹ ਸਭ ਕੁਝ ਅੰਦਰ ਦਾ ਕੂੜ ਕਬਾੜਾ, ਵਿਸ਼ੇ ਵਿਕਾਰਾਂ ਦੀ ਮੈਲ ਉਡਾ ਕੇ ਲੈ ਜਾਂਦੀ ਹੈ। ਗੁਰਬਾਣੀ ਦੇ ਫਰਮਾਨ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਭਰਮ ਬਿਨਸ ਜਾਂਦੇ ਨੇ, ਵਹਿਮ ਖਤਮ ਹੋ ਜਾਂਦੇ ਨੇ, ਮਾਇਆ ਦੇ ਇਹ ਬੰਧਨ ਮੁੱਕ ਜਾਂਦੇ ਨੇ, ਇਹ ਮੋਹ ਮਾਇਆ ਦਾ ਜਾਲ ਟੁੱਟ ਜਾਂਦਾ ਹੈ। ਦੁਚਿੱਤਾਪਨ, ਮਨ ਦੀ ਭਟਕਣਾ ਕਿ ਇਹ ਕਰੀਏ ਕਿ ਇਹ ਕਰੀਏ, ਮਨ ਟਿਕ ਜਾਂਦਾ ਹੈ, ਟਿਕਾਓ ਵਿੱਚ ਆ ਜਾਂਦਾ ਹੈ, ਦੁਚਿੱਤਾਪਨ ਖਤਮ ਹੋ ਜਾਂਦਾ ਹੈ, ਅਤੇ ਮੋਹ ਦਾ ਇਹ ਜਿਹੜਾ ਛੱਤ ਹੈ, ਮੋਹ ਬਲੇਂਡਾ ਟੂਟਾ, ਮੋਹ ਦੀ ਜਿਹੜੀ ਬਲੀ ਹੈ, ਇਹ ਵੀ ਇਸ ਛੱਤ ਚੋਂ ਖਤਮ ਹੋ ਜਾਂਦੀ ਹੈ, ਅਤੇ ਤ੍ਰਿਸ਼ਨਾ ਦੀ ਛੰਨ ਟੁੱਟ ਜਾਂਦੀ ਹੈ, ਤ੍ਰਿਸ਼ਨਾ ਮੁੱਕਣ ਲੱਗਦੀ ਹੈ, ਇਹ ਦੁਰਮਤ ਦਾ ਭਾਂਡਾ ਟੁੱਟ ਜਾਂਦਾ ਹੈ, ਦੁਰਮਤ ਖਤਮ ਹੋ ਕੇ ਗੁਰਮਤ ਦਾ ਪ੍ਰਵੇਸ਼ ਹੋ ਜਾਂਦਾ ਹੈ। ਸਤਿਗੁਰੂ ਆਖਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ, ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ, ਤ੍ਰਿਸ਼ਨਾ ਛਾਨ ਭਰੀ, ਤਾਰੀ ਉੱਪਰ ਦੁਰਮਤ ਭਾਂਡਾ ਫੂਟਾ। ਇਸ ਗੁਰੂ ਸ਼ਬਦ ਦੇ ਗਿਆਨ ਨਾਲ ਮਾਨੋ ਭਰਮ ਮਿਟ ਗਏ, ਦਵੈਤਾ ਮਿਟ ਗਈ, ਮਾਇਆ ਮੋਹ ਮਿਟ ਗਿਆ, ਤ੍ਰਿਸ਼ਨਾ ਮੁੱਕ ਗਈ, ਭੈੜੀ ਮਤ ਖਤਮ ਹੋ ਗਈ, ਅਤੇ ਗੁਰਮਤ ਦਾ ਪ੍ਰਵੇਸ਼ ਹੋ ਗਿਆ। ਇਹ ਬਸ ਇੰਜ ਹੈ
ਜਿਵੇਂ ਇੱਕ ਨਵਾਂ ਜੀਵਨ ਮਿਲ ਗਿਆ ਹੋਵੇ। ਇੱਕ ਜਨਮ ਅਸੀਂ ਮਾਂ ਦੇ ਗਰਭ ਵਿੱਚ ਲੈਂਦੇ ਹਾਂ, ਇੱਕ ਜਨਮ ਗੁਰੂ ਦੀ ਗੋਦ ਵਿੱਚ ਸਾਡਾ ਜਨਮ ਹੁੰਦਾ ਹੈ। ਜਦੋਂ ਗੁਰੂ ਦੇ ਘਰ ਜਨਮ ਹੁੰਦਾ ਹੈ, ਸਤਿਗੁਰੂ ਕੈ ਜਨਮੈ ਗਵਨ ਮਿਟਾਇਆ, ਉਦੋਂ ਇੱਕ ਨਵਾਂ ਜੀਵਨ ਸ਼ੁਰੂ ਹੋ ਜਾਂਦਾ ਹੈ। ਜਦੋਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ, ਖੰਡੇ ਦੀ ਪੌਲ ਛਕ ਕੇ ਅਸੀਂ ਗੁਰਸਿੱਖ ਮਾਰਗ ਤੇ ਤੁਰਨ ਦਾ ਯਤਨ ਕਰਦੇ ਹਾਂ, ਉਦੋਂ ਸਾਡਾ ਦੂਸਰਾ ਜਨਮ ਹੁੰਦਾ ਹੈ। ਅਤੇ ਪੰਜ ਪਿਆਰੇ ਜੋ ਗੁਰਮਤਿ ਦੀ ਰਹਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਦ੍ਰਿੜ ਕਰਵਾਉਂਦੇ ਨੇ, ਉਹ ਸਾਡੇ ਜੀਵਨ ਦੇ ਅੰਦਰ ਇੱਕ ਤਬਦੀਲੀ ਦਾ ਰਾਹ ਖੋਲ ਦਿੰਦੇ ਨੇ ਕਿ ਅੱਜ ਤੋਂ ਬਾਅਦ ਤੂੰ ਗੁਰੂ ਵਾਲਾ ਹੈ, ਅੱਜ ਤੋਂ ਬਾਅਦ ਤੇਰਾ ਜਨਮ ਗੁਰੂ ਦੇ ਘਰ ਹੋਇਆ ਅਤੇ ਤੇਰਾ ਨਵਾਂ ਜਨਮ ਸ਼ੁਰੂ ਹੋ ਗਿਆ। ਇਸੇ ਤਬਦੀਲੀ ਨੂੰ ਭਗਤ ਕਬੀਰ ਜੀ ਨੇ ਅੱਜ ਦੇ ਸ਼ਬਦ ਵਿੱਚ ਉਲੇਖ ਕੀਤਾ ਹੈ। ਪਹਿਲੇ ਬੰਦ ਵਿੱਚ ਕਬੀਰ ਸਾਹਿਬ ਜੀ ਆਖਦੇ ਹਨ, ਜਹਾਂ ਕਹਾਂ ਜਹਾਂ ਕਛ ਆਹਾ ਤਹਾਂ ਕਿਛ ਨਾਹੀ, ਪੰਚ ਤਤ ਤਹਾਂ ਨਾਹੀ, ਏੜਾ ਪਿੰਗੁਲਾ ਸੁਖ ਮਨ ਬੰਦੇ, ਇਹ ਅਵਗਣ ਕਤ ਜਾਹੀ। ਕਬੀਰ ਸਾਹਿਬ ਜੀ ਆਖਦੇ ਹਨ, ਜਿਹੜੀ ਮੇਰੀ ਉਹ ਪਹਿਲੀ ਮੱਤ ਸੀ, ਜਿਹੜਾ ਮੇਰਾ ਉਹ ਪਹਿਲਾ ਜੀਵਨ ਸੀ, ਜਹਾਂ ਕਛ ਆਹਾ, ਉਹ ਜਿੱਥੇ ਸੀ ਉੱਥੇ ਹੁਣ ਨਹੀਂ ਹੈ। ਭਾਵ ਜਿੱਥੇ ਮੈਂ ਪਹਿਲਾ ਮਨ ਮੇਰਾ ਖੜਾ ਸੀ, ਜਿੱਥੇ ਮੇਰੀ ਪਹਿਲੀ ਸੋਚ ਖੜੀ ਸੀ, ਆਹਾ ਦਾ ਅਰਥ ਹੁੰਦਾ ਸੀ। ਜਹਾਂ ਅਤੇ ਤਹਾਂ, ਇਹਦਾ ਉਚਾਰਨ ਕਈ ਸੱਜਣ ਜਹ ਕਰਦੇ ਹਨ, ਤਹ ਕਰਦੇ ਹਨ, ਪਰ ਜਦੋਂ ਅਸੀਂ ਗੁਰਬਾਣੀ ਦੀ ਬਣਤਰ ਅਨੁਸਾਰ ਵੇਖਦੇ ਹਾਂ, ਇੱਥੇ ਜੱਜਾ ਹਾਹਾ ਵੀ ਲਿਖਿਆ ਅਤੇ ਇਸ ਦਾ ਦੂਸਰਾ ਜਿਹੜਾ ਵਿਰੋਧੀ ਸ਼ਬਦ ਹੈ ਤਹਾਂ, ਜਿੱਥੇ ਤੇ ਉੱਥੇ। ਤਹਾਂ ਤੱਤਾ ਹਾਹਾ ਕੰਨਾ, ਇਹਨੂੰ ਤਹ ਨਹੀਂ ਪੜ੍ਹ ਸਕਦੇ, ਇਹਨੂੰ ਤਹਾਂ ਹੀ ਪੜਾਂਗੇ। ਤੋ ਇਸ ਲਈ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਹ ਸੇਧ ਬਖਸ਼ੀ ਹੋਈ ਹੈ ਤੇ ਜਹਾਂ ਕਹਾਂ, ਕਿੱਥੇ, ਜਿੱਥੇ, ਉੱਥੇ, ਤਿੱਥੇ ਸ਼ਬਦ ਹੋਣ ਤਾਂ ਉਹਦਾ ਉਚਾਰਨ ਇਹ ਉਚਾਰਨ ਕਰਨਾ ਹਲਕਾ ਜਿਹਾ ਕੰਨੇ ਦੀ ਆਵਾਜ਼ ਨਾਲ, ਜਹਾਂ ਕਛ ਆਹਾ ਤਹਾਂ ਕਿਛ ਨਾਹੀ, ਪੰਚ ਤਤ ਤਹ ਨਾਹੀ। ਉੱਥੇ ਜਿੱਥੇ ਪਹਿਲੇ ਸੀ ਉਹ ਬਿਰਤੀ ਬਣੀ ਹੋਈ, ਉੱਥੇ ਹੁਣ ਨਹੀਂ ਹੈ। ਉੱਥੇ ਪੰਜ ਤੱਤ ਮਿਟ ਗਏ ਨੇ। ਭਾਵ ਪਹਿਲਾਂ ਜੋ ਸਰੀਰ ਨਾਲ ਮੈਂ ਜੁੜਿਆ ਹਾਂ, ਪੰਜਾਂ ਤੱਤਾਂ ਦਾ ਸਰੀਰ ਬਣਿਆ, ਹਮੇਸ਼ਾ ਇਸੇ ਦੀ ਗੱਲ ਕਰਦਾ ਸਾਂ। ਹੁਣ ਪੰਜ ਤੱਤ ਮਿਟ ਗਏ। ਹੁਣ ਇਸ ਸਰੀਰ ਦੇ ਅਧਿਆਸ ਦੀ ਬਜਾਏ ਉਹ ਪਹਿਲੇ ਜਿਹੜੀ ਮੇਰੀ ਸੁਰਤ ਆਪਣੇ ਸਰੀਰ ਵਾਸਤੇ ਲੱਗੀ ਸੀ, ਵੀ ਜਿਵੇਂ ਯੋਗੀ ਯੋਗ ਆਸਨ ਕਰਦੇ ਸਨ, ਯੋਗ ਆਸਨ ਕਰਨ ਨਾਲ ਉਹ ਆਪਣੀਆਂ ਨਾੜੀਆਂ ਨੂੰ ਸਾਧਦੇ ਸਨ, ਆਪਣੇ ਅੰਦਰਲੇ ਸਿਸਟਮ ਨੂੰ ਕੰਟਰੋਲ ਕਰਨ ਦਾ ਯਤਨ ਕਰਦੇ ਸਨ। ਇੱਕ ਨਾਸ ਤੋਂ ਸਾਹ ਲੈਣਾ, ਦੂਜੇ ਨਾਸ ਰਾਹੀਂ ਛੱਡਣਾ, ਅਲੋਮ ਤੇ ਵਿਲੋਮ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ, ਏੜਾ ਪਿੰਗਲਾ, ਇੱਕ ਖੱਬੀ ਨਾਸ ਰਾਹੀਂ ਸਾਹ ਲੈਣਾ, ਖੱਬੀ ਰਾਹੀਂ ਉਹਨੂੰ ਲੈਣਾ ਤੇ ਛੱਡਣਾ, ਅਤੇ ਇਹਨਾਂ ਦੋਨਾਂ ਨਾਸਕਾਂ ਦੇ ਵਿਚਕਾਰ ਮੱਥੇ ਦੇ ਉੱਪਰ ਇੱਕ ਸੁਖਮਨੀ ਬਿੰਦੂ, ਜਿੱਥੇ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਉਹ ਕਰਦੇ ਸਨ। ਗੁਰੂ ਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਉਹਨਾਂ ਦੇ ਸ਼ਬਦ ਵਰਤੇ ਨੇ, ਏੜਾ ਪਿੰਗਲਾ ਸੁਖਮਨ ਬੰਦੇ, ਹੇ ਬੰਦੇ, ਹੇ ਭਾਈ, ਉਹ ਜਿਹੜੇ ਮੇਰੇ ਪਹਿਲੇ ਵਿਚਾਰ ਸਨ ਕਿ ਵੀ ਇੰਜ ਯੋਗ ਆਸਨ ਕਰਕੇ ਮੈਂ ਉਸ ਪਰਮਾਤਮਾ ਨਾਲ ਮੇਰੀ ਸੁਰਤ ਜੁੜ ਜਾਏਗੀ, ਆਪਣੇ ਧਿਆਨ ਨੂੰ ਮੈਂ ਆਪਣੇ ਮਸਤਕ ਦੇ ਇਹਨਾਂ ਦੋਨਾਂ ਨਾਸਕਾਂ ਦੇ ਸੈਂਟਰ ਵਿੱਚ ਟਿਕਾਉਣ ਦਾ ਯਤਨ ਕਰਦਾ ਸਾਂ, ਇਹ ਮੇਰਾ ਸਿਸਟਮ, ਇਹ ਗੰਦ ਨਿਕਲ ਗਿਆ, ਇਹ ਔਗਣ ਸਨ। ਮੈਂ ਇਹਨਾਂ ਯੋਗੀਆਂ ਦੇ ਆਸਨ ਵਿੱਚ ਲੱਗ ਕੇ ਆਪਣੇ ਆਪ ਨੂੰ ਹੋਰ ਹੀ ਪਾਸੇ ਲਾ ਬੈਠਾ ਸਾਂ ਕਿ ਸ਼ਾਇਦ ਇੰਜ ਕਰਨ ਨਾਲ ਕਿ ਮੈਂ ਰੱਬ ਦਾ ਜ਼ਿਆਦਾ ਭਗਤ ਬਣ ਜਾਵਾਂਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਸ ਦਾ ਉਲੇਖ ਆਪਣੇ ਸ਼ਬਦਾਂ ਵਿੱਚ ਕੀਤਾ ਹੈ, ਜਿੱਥੇ ਉਹ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਕਹਿੰਦੇ ਨੇ, ਕਿੰਨਿਆਂ ਕਰਮਾਂ ਵਿੱਚ ਮਨੁੱਖ ਜੋ ਸੱਚ ਦਾ ਕਰਮ ਹੈ, ਜੋ ਸਹੀ ਕਰਮ ਹੈ, ਜੀਵਨ ਦਾ ਲਕਸ਼ ਸੀ, ਉਸ ਨੂੰ ਛੱਡ ਕੇ ਹੋਰ ਕਰਮ ਕਾਂਡਾਂ ਵਿੱਚ ਲੱਗਾ ਹੋਇਆ ਹੈ। ਉੱਥੇ ਜੋਗੀਆਂ ਬਾਰੇ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੰਜ ਵਰਣਨ ਕੀਤਾ ਹੈ, ਯੋਗ ਸਿੱਧ ਆਸਣ 84 ਕਿਸਮ ਦੇ ਯੋਗ ਆਸਨ ਉਹ ਯੋਗੀ ਕਰਦੇ ਸਨ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ, ਮੈਂ ਵੇਖਿਆ ਹੈ ਸਭ ਕੁਝ, ਮੈਂ ਉਹਨਾਂ ਸਭ ਨੂੰ ਵੇਖਿਆ ਹੈ। ਵੱਧ ਤੋਂ ਵੱਧ ਕੀ ਹੁੰਦਾ, ਸਰੀਰ ਦੇ ਕਸਰਤ ਵਾਸਤੇ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਭਾਵੇਂ ਇਹ ਸਾਧਨ ਕੰਮ ਆਉਂਦੇ ਹੋਣ, ਪਰ ਇਹਦੇ ਨਾਲ ਕੋਈ ਧਰਮ ਦਾ ਨਾਤਾ ਨਹੀਂ ਜੁੜਿਆ ਹੋਇਆ, ਇਸ ਦੇ ਨਾਲ ਕੋਈ ਧਾਰਮਿਕ ਜੀਵਨ, ਧਾਰਮਿਕ ਸੁਭਾਅ ਬੰਦੇ ਦਾ ਬਦਲਦਾ ਉਹ ਨਹੀਂ ਹੁੰਦਾ। ਹਾਂ, ਵੱਧ ਤੋਂ ਵੱਧ ਸਰੀਰ ਤੰਦਰੁਸਤ ਰਹੇਗਾ, ਉਸ ਤੱਕ ਤਾਂ ਠੀਕ ਹੈ ਯੋਗ ਆਸਨ, ਪਰ ਇਸ ਦਾ ਲਾਭ ਕੀ ਹੋਇਆ? ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਵੱਡੀ ਆਰਜਾ, ਜੇ ਵੱਡੀ ਉਮਰ ਹੋ ਵੀ ਗਈ, ਮੰਨ ਲਓ ਕਿਸੇ ਦੀ 70-80 ਸਾਲ ਉਮਰ ਹੋਵੇਗੀ, ਤੇ ਜੇ ਉਹ ਬਿਮਾਰ ਹੋ ਜਾਏ ਤਾਂ ਜਲਦੀ ਵੀ ਖਤਮ ਹੋ ਜਾਂਦਾ, ਪਰ ਜੇ ਯੋਗ ਸਾਧਨਾ ਆਸਨ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਕਰਕੇ ਲੰਬੀ ਉਮਰ ਵੀ ਕਰ ਲੇਗੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ,
ਜੇ ਇਸ ਤੋਂ ਵੀ 10 ਗੁਣਾ ਵੱਧ ਜਾਏ ਫਿਰ ਹੋਇਆ ਕੀ? ਜੀਵਨ ਦਾ ਲਕਸ਼ ਉਮਰ ਵਧਾਉਣਾ ਤਾਂ ਨਹੀਂ ਸੀ। ਗੁਰਮਤਿ ਦੇ ਅੰਦਰ ਤਾਂ ਉਮਰ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ, ਉਮਰ ਭਾਵੇਂ ਜਿਹੋ ਜਿਹੀ ਵੀ ਹੈ, ਹਾਂ ਸਰੀਰ ਨੂੰ ਜ਼ਰੂਰ ਤੰਦਰੁਸਤ ਰੱਖਣਾ ਹੈ, ਪਰ ਜੇ ਇਸ ਉਮਰ ਦੇ ਛੋਟੇ ਵੱਡੇ ਹੋਣ ਨਾਲ ਕੋਈ ਆਖੇ ਕਿ ਮੈਂ ਬਹੁਤ ਧਰਮੀ ਬਣ ਗਿਆ ਜਾਂ ਮੈਂ ਬਹੁਤ ਰੱਬ ਦਾ ਪਿਆਰਾ ਬਣ ਗਿਆ, ਇਹ ਕੋਈ ਜੀਵਨ ਦਾ ਲਕਸ਼ ਨਹੀਂ ਹੈ। ਜੇ ਹਰੀ ਦੇ ਨਾਲ, ਜੇ ਪ੍ਰਮਾਤਮਾ ਦੇ ਨਾਲ ਪ੍ਰੀਤ ਹੀ ਨਹੀਂ ਬਣੀ, ਇਸ ਵੱਡੀ ਉਮਰ ਨੂੰ ਵੀ ਕੀ ਕਰੀਏ। ਜੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਵੜੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਵੀ ਅਸੀਂ ਜਿਵੇਂ ਪਹਿਲਾਂ ਕਰ ਆਏ ਹਾਂ ਕਿ ਗੁਰੂ ਪਾਤਸ਼ਾਹ ਜੀ ਨੇ ਵੀ ਇਹ ਗੱਲ ਸਮਝਾਈ ਜਪਜੀ ਸਾਹਿਬ ਦੇ ਅੰਦਰ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਭਾਵੇਂ ਤੂੰ ਮੁੰਦਰਾਂ ਪਹਿਨ, ਭਾਵੇਂ ਤੂੰ ਖੱਪਰ ਪਕੜ ਕੇ ਮੰਗਣਾ ਸ਼ੁਰੂ ਕਰ, ਭਾਵੇਂ ਆਪ ਕਿਰਤ ਵਿਰਤ ਛੱਡ ਕੇ ਲੋਕਾਂ ਦੇ ਘਰੋਂ ਮੰਗ ਕੇ ਖਾ, ਭਾਵੇਂ ਤੂੰ ਆਪਣੇ ਸਰੀਰ ਤੇ ਸੁਆਹ ਮਲ ਕੇ ਜੋਗੀ ਬਣਨ ਦਾ ਯਤਨ ਕਰ, ਭਾਵੇਂ ਤੂੰ ਆਪਣੇ ਸਰੀਰ ਨੂੰ ਕੁਆਰਾ ਰੱਖ, ਭਾਵ ਗ੍ਰਸਤ ਛੱਡ ਦੇ, ਭਾਵੇਂ ਹੱਥ ਵੀ ਡੰਡਾ ਪਕੜ ਕੇ ਰੱਖੇ ਕਿ ਮੈਂ ਪ੍ਰਮਾਤਮਾ ਨਾਲ ਬੜਾ ਰੱਬ ਦਾ ਭਗਤ ਹਾਂ। ਇਸ ਤਰ੍ਹਾਂ ਤੂੰ ਆਪਣੇ ਜਿਹੜੇ ਜੋਗੀਆਂ ਦੇ ਫਿਰਕੇ ਨੇ ਉਹਨਾਂ ਦਾ ਜ਼ਿਕਰ ਕਰਕੇ ਕਹਿੰਦੇ ਨੇ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜੇ ਮਨ ਨਹੀਂ ਸਾਧਿਆ, ਜੇ ਮਨ ਨੂੰ ਹੀ ਕੰਟਰੋਲ 'ਚ ਨਹੀਂ ਹੋਇਆ, ਜੇ ਮਨ ਨੂੰ ਹੀ ਵਸ ਨਹੀਂ ਕੀਤਾ, ਤਾਂ ਭਾਵੇਂ ਇਹ ਸਾਰੀਆਂ ਮੁੰਦਰਾਂ ਪਹਿਨਣੀਆਂ, ਖੱਪਰ ਪਕੜਨੇ, ਧਿਆਨ ਦੀਆਂ ਸਮਾਧੀਆਂ ਲਗਾਉਣੀਆਂ ਤੇ ਭੂਤ ਮਰਨੀ ਆਪਣੇ ਪਿੰਡੇ ਤੇ, ਅਤੇ ਇੱਕ ਗੋਦੜੀ ਪਹਿਨ ਕੇ ਆਪਣੇ ਆਪ ਨੂੰ ਇਹ ਸਾਬਤ ਕਰਨਾ ਕਿ ਮੈਂ ਤਿਆਗੀ ਹਾਂ, ਆਪਣੇ ਗ੍ਰਹਿਸਥ ਵਿੱਚੋਂ ਤਿਆਗ ਕਰਕੇ ਆਪਣੇ ਆਪ ਨੂੰ ਵੱਡਾ ਤਿਆਗੀ ਬਣਾਉਣਾ, ਇਹ ਸਾਧਨ ਸਾਰੇ ਵਿਅਰਥ ਹੀ ਚਲੇ ਜਾਂਦੇ ਹਨ। ਆ ਉਸ ਵਾਹਿਗੁਰੂ ਨੂੰ ਆਦੇਸ਼ ਕਰੀਏ, ਉਸ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗੀਏ, ਉਸ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਢਾਲੀਏ ਅਤੇ ਉਸੇ ਨੂੰ ਆਦੇਸ਼ ਕਹੀਏ। ਆਦੇਸ਼ ਤਿਸ ਹੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਵੀ ਜੋਗੀਆਂ ਦੇ ਬਾਰੇ ਇਹ ਸ਼ਬਦ ਕਹੇ ਨੇ ਕਿ ਇਹ ਕੋਈ ਜੋਗ ਨਹੀਂ ਹੈ ਕਿ ਬਾਹਰ ਮੜੀਆਂ ਮਸਾਣਾਂ ਤੇ ਜਾ ਕੇ ਵਸ ਜਾਈਏ। ਜੋਗੀ ਲੋਕ ਆਮ ਤੌਰ ਤੇ ਮੜੀਆਂ ਤੇ ਜਾ ਕੇ ਰਾਤ ਨੂੰ, ਅੱਧੀ ਰਾਤ ਨੂੰ ਉੱਥੇ ਜਾ ਕੇ ਮੰਤਰ ਪੜ੍ਹ ਕੇ ਉੱਥੇ ਦੀ ਸਵਾਹ ਚੁੱਕ ਕੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਯਤਨ ਵੀ ਕਰਦੇ ਰਹੇ। ਤੇ ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਤਰੀਕੇ ਗਲਤ ਨੇ, ਔਗਣ ਨੇ ਸਾਰੇ, ਜਿਨ੍ਹਾਂ ਨੂੰ ਅੱਜ ਦੇ ਸ਼ਬਦ ਵਿੱਚ ਕਿਹਾ ਇਹ ਅਵਗਣ ਖਤ ਜਾਹੀਂ, ਇਹ ਸਾਰੇ ਔਗਣ ਖਤਮ ਹੋ ਗਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ, ਜੋਗ ਨਾ ਖਿੰਥਾ, ਜੋਗ ਨਾ ਮਾੜੀ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈ ਹੈ, ਜੋਗ ਨਾ ਦੇਸ਼ ਦਿਸ਼ੰਤਰ ਭਵਿਆ, ਜੋਗ ਨਾ ਤੀਰਥ ਨਹਾਈ ਹੈ, ਤੇ ਕਰੀਏ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਵਿਦ ਸਾਈ। ਅਸਲ ਵਿੱਚ ਜੋ ਜੀਵਨ ਹੈ ਇਸ ਮਾਇਆ ਦੇ ਸੰਸਾਰ ਵਿੱਚ ਰਹਿਣਾ, ਮੋਹ ਦੇ ਵਿੱਚ ਰਹਿਣਾ, ਪਰ ਇਸ ਦੀ ਦਸ਼ਾ ਬਦਲਣੀ ਹੈ। ਆਪਣੇ ਮਨ ਨੂੰ ਸਾਧਣਾ ਹੈ, ਮਨ ਨੂੰ ਕੰਟਰੋਲ ਕਰਨਾ ਹੈ, ਮਨ ਨੂੰ ਜਿੱਤਣਾ ਹੈ, ਤਾਂ ਕਿ ਮਨ ਵਿਕਾਰਾਂ ਵੱਲੋਂ ਹਟ ਕੇ, ਮਾੜੇ ਕੰਮਾਂ ਵੱਲੋਂ ਹਟ ਕੇ ਚੰਗੇ ਰਾਹ ਤੇ ਤੁਰ ਪਏ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਯੋਗ ਦੇ ਸਾਰੇ ਤਰੀਕੇ ਕਰਮ ਕਰ ਲੈ, ਪ੍ਰਭੂ ਮਿਲਾਪ ਤਾਂ ਮਾਇਆ ਮੋਹ ਦੀ ਕਾਲਖ ਵਿੱਚ ਰਹਿੰਦਿਆਂ ਵੀ ਮਾਇਆ ਤੋਂ ਨਿਰਲੇਪ ਰਿਹਾ ਹੀ ਹੋ ਸਕਦਾ ਹੈ। ਇਸ ਸੰਸਾਰ ਨੂੰ ਤਿਆਗਣਾ ਨਹੀਂ ਹੈ, ਪਰ ਇਹ ਸਮਝਣਾ ਇਸ ਸੰਸਾਰ ਦਾ ਟਾਕਰਾ ਕਿਵੇਂ ਕਰਨਾ ਹੈ। ਔਕੜਾਂ ਨੂੰ ਛੱਡ ਕੇ ਨਸਣਾ ਨਹੀਂ ਹੈ, ਪਰ ਇਹ ਸਮਝਣਾ ਹੈ ਕਿ ਔਕੜਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ, ਤੇ ਉਹ ਤਰੀਕਾ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ, ਮੁਰਗਾਬੀ ਪਾਣੀ ਵਿੱਚ ਰਹਿੰਦੇ ਆਪਣੇ ਫੰਗਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ, ਰਹਿੰਦੀ ਹੈ ਪਾਣੀ ਵਿੱਚ। ਜੈਸੇ ਜਲ ਮੈਂ ਕਮਲ ਨਰਾਲਮ, ਫੁੱਲ ਚਿੱਕੜ ਵਿੱਚ ਖਿੜਦਾ ਪਰ ਆਪਣੇ ਆਪ ਨੂੰ ਚਿੱਕੜ ਤੋਂ ਬਚਾ ਕੇ ਵੀ ਰੱਖਦਾ। ਇਹ ਜੀਵਨ ਜੁਗਤੀ ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਬਖਸ਼ਿਸ਼ ਕੀਤੀ। ਤੋ ਇਸ ਸ਼ਬਦ ਵਿੱਚ ਅਗਲੇ ਬੰਦ ਵਿੱਚ ਭਗਤ ਕਬੀਰ ਜੀ ਆਖਦੇ ਨੇ, ਜਹਾਂ ਬਰ ਪੰਡ ਪਿੰਡ ਤਹਾਂ ਨਾਹੀ, ਰਚਨਹਾਰ ਤਹਾਂ ਨਾਹੀ, ਜੋੜਨ ਹਾਰੋ ਸਦਾ ਅਤੀਤਾ, ਏਕਈ ਹੈ ਕਿਸ ਮਾਹੀ। ਜੇ ਪ੍ਰਭੂ ਨਾਲ ਸੁਰਤ ਜੋੜਨੀ ਹੈ, ਸੁਰਤ ਸ਼ਬਦ ਨਾਲ ਜੋੜਨੀ ਹੈ, ਤਾਂ ਇੱਕ ਕੰਮ ਕਰਨਾ ਪਵੇਗਾ, ਉਹ ਹੈ ਮਾਇਆ ਮੋਹ ਨਾਲੋਂ ਆਪਣੀ ਸੁਰਤ ਨੂੰ, ਉਸਦੀ ਦਿਸ਼ਾ ਬਦਲ ਲੈਣਾ, ਮਾਇਆ ਦੇ ਮੋਹ ਤੋਂ ਉੱਪਰ ਉੱਠ ਜਾਣਾ, ਅੰਜਨ ਵਿੱਚ ਨਿਰੰਜਨ ਹੋ ਜਾਣਾ। ਭਗਤ ਰਵਿਦਾਸ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਜਦੋਂ ਉਸ ਸੱਚੇ ਪ੍ਰਭੂ ਨਾਲ ਸੁਰਤ ਜੋੜਦਾ ਹਾਂ, ਉਹ ਫਿਰ ਮੇਰੀ ਜਿਹੜੀ ਸੁਰਤ ਹੈ ਉਹ ਦੂਜਿਆਂ ਨਾਲੋਂ ਟੁੱਟਣ ਲੱਗ ਪੈਂਦੀ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਹੈ ਵਾਹਿਗੁਰੂ, ਮੈਂ ਜਦੋਂ ਤੇਰੇ ਨਾਲ ਆਪਣੀ ਪ੍ਰੀਤ ਪਾਈ, ਤੇਰੇ ਨਾਲ ਪਿਆਰ ਪਾਇਆ, ਸੰਸਾਰ ਨਾਲੋਂ ਮੇਰੀ ਪ੍ਰੀਤ ਟੁੱਟਣ ਲੱਗ ਪਈ। ਭਾਵ ਉਹ ਮੇਰੇ ਸਰੀਰਕ ਜੀਵਨ ਵਾਸਤੇ ਸੀ ਸੰਸਾਰ, ਪਰ ਜੋ ਅਸਲ ਆਤਮਿਕ ਜੀਵਨ ਹੈ, ਅਸਲ ਵਿੱਚ ਜੋ ਗੁਣਾਂ ਵਾਲਾ ਜੀਵਨ ਹੈ, ਉਹ ਤਾਂ ਪ੍ਰਭੂ ਚਰਨਾਂ ਤੋਂ ਹੀ ਪ੍ਰਾਪਤ ਹੁੰਦਾ ਹੈ।
ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਿਉਂ ਜਿਉਂ ਮੇਰੀ ਸੁਰਤ ਪ੍ਰਭੂ ਚਰਨਾਂ ਨਾਲ ਜੁੜੀ ਰਹੀ, ਮੇਰੀ ਸੁਰਤ ਉਸ ਪ੍ਰੇਮ ਵਿੱਚ ਆ ਗਈ, ਪ੍ਰਭੂ ਪ੍ਰੇਮ ਵਿੱਚ ਲੱਗ ਗਈ। ਅਵਰ ਹੋਰ ਮਾਇਆ ਦੇ ਜਾਲ ਵਿੱਚੋਂ ਮੇਰੀ ਪ੍ਰੀਤ ਟੁੱਟਣ ਲੱਗ ਪਈ। ਪਰ ਇਹ ਅਵਸਥਾ ਆਈ ਕਿਵੇਂ? ਇਹ ਅਚਰਜ ਅਵਸਥਾ, ਇਹ ਅਚਰਜ ਕੌਤਕ ਵਾਹਿਗੁਰੂ ਜੋ ਆਪ ਸਭ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਦੇ ਮੋਹ ਤੋਂ ਨਿਰਲੇਪ ਹੈ, ਅਤੀਤ ਹੈ, ਉਸ ਦੇ ਮਨ ਵਿੱਚ ਵਸ ਜਾਣ ਬਾਅਦ ਹੀ ਮਨ ਵੀ ਨਿਰਲੇਪ ਹੋ ਜਾਂਦਾ ਹੈ, ਕਿਉਂਕਿ ਵਾਹਿਗੁਰੂ ਆਪ ਅਤੀਤ ਹੈ। ਜੋ ਕਬੀਰ ਸਾਹਿਬ ਕਹਿੰਦੇ ਜੋੜਨ ਹਾਰੋ ਸਦਾ ਅਤੀਤਾ, ਇਹ ਸੁਰਤ ਜੋੜਨ ਵਾਲਾ ਵਾਹਿਗੁਰੂ ਆਪ ਹੀ ਹੈ। ਕੋਈ ਮਨੁੱਖ ਕਹੇ ਕਿ ਮੈਂ ਪ੍ਰਮਾਤਮਾ ਨਾਲ ਵਾਹਿਗੁਰੂ ਨਾਲ ਪ੍ਰੀਤ ਪਾ ਸਕਦਾ, ਨਹੀਂ, ਉਹ ਵਾਹਿਗੁਰੂ ਆਪ ਹੀ ਜੋੜ ਲੈਂਦਾ ਹੈ। ਜਦੋਂ ਜੋੜਦਾ ਹੈ ਤਾਂ ਉਹ ਗੁਰੂ ਦੇ ਲੜ ਲਗਾ ਦਿੰਦਾ ਹੈ। ਬਸ ਮਨੁੱਖ ਨੂੰ ਜਿਉਂ ਉਸ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਤੇ ਉਹਦਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਦੇਖੋ, ਇੱਕ ਬੰਦਾ ਪਹਿਲਾਂ ਮੂਰਤੀ ਪੂਜਾ ਕਰਦਾ ਸੀ, ਪਹਿਲਾਂ ਉਹ ਦੇਵੀਆਂ ਦੀ ਪੂਜਾ ਕਰਦਾ ਸੀ, ਹਰ ਸਾਲ ਜਗਰਾਤੇ ਤੇ ਜਾਂਦਾ ਸੀ, ਹਰ ਸਾਲ ਵੈਸ਼ਨੋ ਮਾਤਾ ਦੀ ਪੂਜਾ ਕਰਦਾ ਸੀ। ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆ ਗਿਆ, ਉਹਦੀ ਲਿਵ ਟੁੱਟ ਗਈ। ਭਾਈ ਲਹਿਣਾ ਗੁਰੂ ਅੰਗਦ ਬਣ ਗਿਆ। ਇੱਕ ਪਹਿਲਾਂ ਉਹ ਮਨੁੱਖ ਸੀ ਜਿਹੜਾ ਹਰ ਸਾਲ ਹਰਿਦੁਆਰ ਦੀ ਯਾਤਰਾ ਕਰਦਾ ਸੀ, ਕਰਮਕਾਂਡ ਵਿੱਚ ਵੀ ਲਿਪਤ ਸੀ, ਹਰ ਸਨਾਤਨ ਦੇ ਕਰਮ ਧਰਮ ਉਹ ਕਰਦਾ ਸੀ। ਪਰ ਜਦੋਂ ਗੁਰੂ ਦੀ ਸੰਗਤ ਨਾਲ ਜੁੜਿਆ, ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਇਆ, ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਿਆ। ਉਹ ਭਾਈ ਮੰਝ ਜੋ ਪਹਿਲਾਂ ਕਬਰਾਂ ਦੀ ਪੂਜਾ ਕਰਦਾ ਸੀ, ਰੋਟ ਚੜਾਉਂਦਾ ਸੀ ਹਰ ਸ਼ਨੀਵਾਰ ਨੂੰ, ਉਹ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਵਿੱਚ ਆਇਆ ਤੇ ਮੰਝ ਪਿਆਰਾ ਗੁਰੂ ਕਾ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ, ਜਗ ਲੰਘਣ ਹਾਰਾ ਬਣ ਗਿਆ। ਉਹ ਬਿਧੀ ਚੰਦ ਜੋ ਡਾਕੇ ਮਾਰਦਾ ਸੀ, ਡਾਕੂ ਸੀ, ਲੁੱਟਦਾ ਸੀ ਲੋਕਾਂ ਨੂੰ, ਉਹ ਗੁਰੂ ਦਾ ਸਿੱਖ ਜਰਨੈਲ ਬਣ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਮਿਲ ਗਈ। ਤੇ ਇਹ ਪ੍ਰੀਤ ਬਣਦੀ ਉਦੋਂ ਹੈ ਜਦੋਂ ਵਾਹਿਗੁਰੂ ਦਾ ਪ੍ਰੇਮ ਗੁਰੂ ਦੇ ਰਾਹੀਂ ਉਸ ਨੂੰ ਸਮਝ ਆਉਣਾ ਪੈਂਦੀ ਹੈ। ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਸ਼ਬਦ ਨਾਲ ਜੁੜਦਾ ਹੈ, ਉਹਦਾ ਮਨ ਬਦਲਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਆਪ ਨਿਰਲੇਪ ਹੈ। ਉਹ ਕਿਸੇ ਇੱਕ ਜਗ੍ਹਾ ਨਹੀਂ ਹੈ, ਜ਼ਰੇ ਜ਼ਰੇ ਦੇ ਅੰਦਰ ਮੌਜੂਦ ਹੈ, ਇਸੇ ਸੰਸਾਰ ਵਿੱਚ ਮੌਜੂਦ ਹੈ, ਹਰ ਘਟ ਦੇ ਅੰਦਰ ਮੌਜੂਦ ਹੈ, ਹਰ ਸਰੀਰ ਦੇ ਅੰਦਰ ਮੌਜੂਦ ਹੈ, ਪਰ ਫਿਰ ਵੀ ਨਿਰਲੇਪ ਹੈ। ਅਨੇਕ ਹੈ ਫਿਰ ਏਕ ਹੈ ਅਨੇਕਾਂ ਵਿੱਚ, ਪਰ ਹੈ ਫਿਰ ਵੀ ਇੱਕ ਹੀ ਹੈ। ਤੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਗਤ ਕਬੀਰ ਜੀ ਦੀ ਰਸਨਾ ਰਾਹੀਂ ਕਿ ਜਹਾਂ ਪਰ ਭੰਡ ਪਿੰਡ ਤਾਂ ਨਾਹੀਂ, ਜਿੱਥੇ ਸਾਰੇ ਸੰਸਾਰ ਵਿੱਚ ਵਸਿਆ ਹੋਇਆ ਪ੍ਰਮਾਤਮਾ ਇਸ ਨੂੰ ਸਮਝਣ ਆਉਣ ਲੱਗਦੀ ਹੈ, ਉਦੋਂ ਆਪਣਾ ਇੱਕ ਸਰੀਰ ਦਾ ਅਭਿਆਸ ਖਤਮ ਹੁੰਦਾ ਹੈ ਕਿ ਉਹ ਸਰੀਰ ਤੱਕ ਹੀ ਸੀਮਤ ਨਹੀਂ ਰਹਿੰਦਾ, ਉਹ ਸਾਰੇ ਸੰਸਾਰ ਨਾਲ ਜੁੜ ਜਾਂਦਾ ਹੈ। ਰਚਨਹਾਰ ਤਾਂ ਨਾਹੀਂ, ਅਤੇ ਮਨ, ਉਹ ਮਨ ਜਿਹੜਾ ਇਸ ਸਰੀਰ ਦੇ ਦੁਆਲੇ ਹੀ ਘੁੰਮਦਾ ਸੀ, ਉਹ ਹੁਣ ਖਤਮ ਹੋ ਗਿਆ, ਕਿਉਂਕਿ ਇਹ ਪ੍ਰਮਾਤਮਾ ਨਾਲ ਜੁੜ ਗਿਆ। ਪ੍ਰਮਾਤਮਾ ਜੋੜਨ ਵਾਲਾ ਹੈ, ਅਤੀਤ ਹੈ ਸਹੀ ਮੌਜੂਦ, ਇਹ ਕਈ ਹੈ ਕਿਸਮਾਂ ਹੀ। ਤੇ ਕਬੀਰ ਸਾਹਿਬ ਬੜੀ ਸੁੰਦਰ ਗੱਲ ਕਹਿੰਦੇ ਨੇ ਕਿ ਇਹ ਗੱਲ ਦੱਸੀ ਨਹੀਂ ਜਾ ਸਕਦੀ। ਕਿਸ ਨੂੰ ਦੱਸੀਏ ਕਿ ਵੀ ਇੰਜ ਹੁੰਦਾ ਹੈ? ਪ੍ਰਮਾਤਮਾ ਨੂੰ ਮਹਿਸੂਸ ਕਰਕੇ, ਪ੍ਰਮਾਤਮਾ ਦੀ ਇਸ ਸ਼ਕਤੀ ਨੂੰ ਮਾਣ ਕੇ ਆਪਣੇ ਜੀਵਨ ਨੂੰ ਤਾਂ ਬਦਲਿਆ ਜਾ ਸਕਦਾ ਹੈ, ਪਰ ਇਹ ਦੱਸਿਆ ਨਹੀਂ ਜਾ ਸਕਦਾ। ਇੱਕ ਐਸਾ ਅਜੀਬ ਕੌਤਕ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਵੀ ਇਹ ਅਜਿਹਾ ਕੌਤਕ ਹੈ, ਜਦੋਂ ਇਹ ਤਬਦੀਲੀ ਆਉਂਦੀ ਹੈ, ਇਹ ਅਚਰਜ ਘਟਨਾ ਘਟਦੀ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਇਹ ਮਨ ਬਦਲ ਜਾਂਦਾ ਹੈ। ਦੇਖੋ, ਅਚਰਜ ਭਇਆ ਜਿਹ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਜਿਸ ਪ੍ਰਮਾਤਮਾ ਬਾਰੇ ਕਿਹਾ ਜਾਂਦਾ ਸੀ ਬਹੁਤ ਦੂਰ ਹੈ, ਕੋਈ ਕਹਿੰਦਾ ਸੀ ਉਹ ਪਾਤਾਲ ਵਿੱਚ ਹੈ, ਕੋਈ ਕਹਿੰਦਾ ਆਕਾਸ਼ਾਂ ਵਿੱਚ ਹੈ, ਪਰ ਜਦੋਂ ਸਤਿਗੁਰੂ ਨੇ ਸਮਝਿਆ ਕਿ ਉਹ ਮੇਰੇ ਅੰਦਰ ਹੀ ਮੌਜੂਦ ਹੈ। ਜੋਏ ਦੂਤ ਮੋਏ ਬਹੁਤ ਸੰਤਾਵਤ, ਜਿਹੜੇ ਦੂਤ ਪਹਿਲਾਂ ਮੈਨੂੰ ਤੰਗ ਕਰਦੇ ਸਨ, ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੁਖੀ ਸਾਂ, ਉਹ ਦੂਤ ਹੁਣ ਮੇਰੇ ਦਾਸ ਬਣ ਗਏ ਤੇ ਭਿਆਨਕ ਪਿਆ, ਉਹ ਮੇਰੇ ਤੋਂ ਡਰਨ ਲੱਗ ਪਏ। ਹੁਣ ਉਹ ਸਗੋਂ ਮੇਰੇ ਅੱਗੇ ਬੇਨਤੀ ਕਰਦੇ ਹਨ ਕਿ ਮੈਨੂੰ ਬਚਾ ਆਪਣੇ ਠਾਕੁਰ ਤੋਂ, ਕਰਾਂ ਬੇਨਤੀ ਰਾਗ ਠਾਕੁਰ ਤੇ, ਹਮ ਤੇਰੀ ਸ਼ਰਨ ਆਇਆ। ਇਹ ਦੂਤ, ਇਹ ਪੰਜ ਤਸਕਰ ਹੁਣ ਮੇਰੇ ਦਾਸ ਬਣ ਗਏ, ਕਿਉਂਕਿ ਮੈਂ ਇਹਨਾਂ ਦੀ ਦਸ਼ਾ ਹੀ ਬਦਲ ਦਿੱਤੀ। ਜਿਹੜੇ ਇਹ ਬਿਰਤੀਆਂ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਇਹ ਬਿਰਤੀਆਂ ਬਦਲ ਕੇ ਇਹਨਾਂ ਦੀ ਦਸ਼ਾ, ਇਹਨਾਂ ਤੋਂ ਹੋਰ ਕੰਮ ਲੈਣਾ ਸ਼ੁਰੂ ਕੀਤਾ, ਇਹ ਦਾਸ ਬਣ ਗਏ। ਇਹ ਬਸ ਉਹਨਾਂ ਦੀ ਹੀ ਤਬਦੀਲੀ ਆਉਂਦੀ ਹੈ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਹਨ। ਇਹ ਹਰ ਰਸ ਸਹੀ ਜਾਣਦੇ, ਜਿਉਂ ਗੂੰਗਾ ਮਠਿਆਈ ਖਾਈ। ਇਹ ਕਹੀਏ ਕਿਸ ਮਾਈ, ਇਹ ਕਿਸ ਨੂੰ ਕਹੀਏ, ਕਿਸ ਤਰ੍ਹਾਂ ਦੱਸੀਏ? ਕਹਿੰਦੇ ਨਹੀਂ, ਬਸ ਇਹ ਦੱਸੀ ਨਹੀਂ ਜਾ ਸਕਦੀ।
ਇਹ ਐਸੀ ਅਜੀਬ ਸਥਿਤੀ ਹੈ ਆਤਮਿਕ ਜੀਵਨ ਦੀ ਕਿ ਜਦੋਂ ਇਹ ਆਉਂਦੀ ਹੈ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਔਖਾ ਹੋ ਜਾਂਦਾ ਹੈ। ਇਹ ਤਾਂ ਬਸ ਇੰਝ ਹੈ ਜਿਵੇਂ ਗੂੰਗੇ ਨੂੰ ਮਠਿਆਈ ਖਵਾ ਦਿਓ, ਫਿਰ ਉਹਨੂੰ ਸਵਾਦ ਪੁੱਛੋ ਵੀ ਦੱਸ ਤੈਨੂੰ ਮਠਿਆਈ ਦਾ ਸਵਾਦ ਕੀ ਹੋਇਆ, ਉਹ ਸਿਰਫ ਉਹਦੇ ਹਾਵ ਭਾਵ ਤੋਂ, ਕਿਉਂਕਿ ਹੈ ਗੂੰਗਾ ਬੋਲ ਨਹੀਂ ਸਕਦਾ। ਇਵੇਂ ਹੀ ਜਦੋਂ ਮਨ ਦੀ ਅਵਸਥਾ ਬਦਲਦੀ ਹੈ, ਇਹ ਮਨ ਵੀ ਗੂੰਗਾ ਹੋ ਜਾਂਦਾ ਹੈ। ਹੁਣ ਇਹ ਦੱਸ ਨਹੀਂ ਸਕਦਾ ਕਿ ਮੈਂ ਇਹ ਕਰ ਗਿਆ, ਕਿਉਂਕਿ ਜੇ ਦੱਸੇਗਾ ਤਾਂ ਹੰਕਾਰ ਵਿੱਚ ਆਏਗਾ। ਇਹ ਤਾਂ ਗੂੰਗੇ ਦੀ ਮਠਿਆਈ ਖਾਣ ਵਰਗਾ ਸਵਾਦ ਹੈ। ਗੁਰ ਪੂਰੈ ਹਰ ਭਵ ਸੇਵਿਆ ਮਨ ਵਜੀ ਵਧਾਈ। ਬਸ ਇਸ ਦੇ ਮਨ ਦੇ ਅੰਦਰ ਹੀ ਇਸ ਨੂੰ ਵਧਾਈਆਂ ਮਿਲਦੀਆਂ ਨੇ, ਇਹਦੇ ਅੰਦਰ ਖੇੜਾ ਆਉਂਦਾ ਹੈ, ਇਹਦੇ ਅੰਦਰ ਚੜ੍ਹਦੀ ਕਲਾ ਆਉਂਦੀ ਹੈ। ਤੇ ਕਬੀਰ ਸਾਹਿਬ ਜੀ ਵੀ ਇਸੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ, ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਕਬੀਰ ਸਾਹਿਬ ਆਖਦੇ ਨੇ ਕਿ ਆਖ ਜੇ ਗੂੰਗੇ ਨੂੰ ਗੁੜ ਖਾ ਲਈਏ ਤੇ ਫਿਰ ਉਹਨੂੰ ਪੁੱਛੀਏ ਦੱਸ ਕਿਹੋ ਜਿਹਾ ਸਵਾਦ ਹੈ, ਉਹ ਬਿਆਨ ਨਹੀਂ ਕਰ ਸਕਦਾ। ਇਵੇਂ ਹੀ ਜਦੋਂ ਇਹ ਮਨੁੱਖ ਇਸ ਸੰਸਾਰ ਦੇ ਪਸਾਰੇ ਚੋਂ ਬਾਹਰ ਨਿਕਲ ਕੇ ਇਸ ਸੰਸਾਰ ਤੋਂ ਨਿਰਲੇਪ ਰਹਿ ਕੇ ਉਸ ਵਾਹਿਗੁਰੂ ਨਾਲ ਜੁੜਦਾ ਹੈ, ਉਸ ਅਤੀਤ ਪ੍ਰਭੂ ਨਾਲ ਜੁੜਦਾ ਹੈ, ਤਾਂ ਫਿਰ ਜੋ ਤਬਦੀਲੀ ਆਉਂਦੀ ਹੈ ਇਸ ਨੂੰ ਇਹ ਕਹੀ ਹੈ ਕਿ ਸਮਾਹੀ। ਜੋੜਨ ਹਾਰੋ ਸਦਾ ਅਤੀਤਾ, ਇਹ ਕਹੀ ਹੈ ਕਿ ਸਮਾਹੀ। ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਗਲੇ ਬੰਦ ਵਿੱਚ ਭਗਤ ਕਬੀਰ ਜੀ ਆਖਦੇ ਨੇ, ਜੋੜੀ ਜੁੜੈ ਨਾ ਤੋੜੀ ਟੂਟੈ, ਜਬ ਲਗ ਹੋਏ ਬਿਨਾਸੇ, ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੇ। ਕਬੀਰ ਸਾਹਿਬ ਆਖਦੇ ਨੇ ਜੇ ਮਨ, ਦੇਖੋ ਅਵਸਥਾ ਦੋ ਹੀ ਬਣ ਗਈਆਂ, ਇੱਕ ਲਿਵ ਇੱਕ ਤਾਤ। ਜੇ ਮਨ ਨਾਸ਼ਵੰਤ ਸਰੀਰ ਨਾਲ ਜੁੜ ਗਿਆ ਤਾਂ ਤੇ ਪ੍ਰਭੂ ਪ੍ਰੀਤਮ ਨਾਲ ਨਹੀਂ ਜੁੜਿਆ ਜਾ ਸਕਦਾ। ਜੇ ਪ੍ਰਭੂ ਨਾਲ ਜੁੜ ਗਿਆ ਫਿਰ ਇਹ ਮਨ ਇਸ ਸਰੀਰ ਦੇ ਅਭਿਆਸ ਤੋਂ ਨਿਰਲੇਪ ਹੋ ਜਾਏਗਾ। ਇਹ ਸੁਤੇ ਸਿੱਧ ਅੰਜਨ ਮਾਹੀ ਨਿਰੰਜਨ ਰਹੀਆ ਵਾਲੀ ਅਵਸਥਾ ਵਿੱਚ ਆਏਗਾ। ਜੇ ਮਨ ਨਾਸ਼ਵੰਤ ਸਰੀਰ ਨਾਲ ਹੀ ਜੁੜਿਆ ਰਵੇ ਤਾਂ ਨਾ ਤਾਂ ਪ੍ਰਭੂ ਪ੍ਰੀਤਮ ਨਾਲ, ਵਾਹਿਗੁਰੂ ਨਾਲ ਇਹ ਜੁੜ ਸਕਦਾ ਹੈ, ਤੇ ਨਾ ਹੀ ਇਸ ਦੇਹ ਦੇ ਅਧਿਆਸ ਤੋਂ, ਦੇਹ ਦੇ ਇਸ ਚੱਕਰ ਚੋਂ ਉੱਪਰ ਉੱਠ ਕੇ ਮਾਇਆ ਦੇ ਮੋਹ ਤੋਂ ਇਸ ਦਾ ਵਿਛੋੜਾ ਹੋ ਸਕਦਾ ਹੈ। ਇਹ ਜੋੜਿਆਂ ਜੁੜਦੀ ਨਹੀਂ ਤੇ ਤੋੜਿਆਂ ਟੁੱਟਦੀ ਨਹੀਂ। ਭਾਵ ਇਹ ਪ੍ਰਭੂ ਦੀ ਪ੍ਰੀਤ ਆਪਣੇ ਸ਼ਕਤੀ ਨਾਲ, ਆਪਣੀ ਤਾਕਤ ਨਾਲ ਨਹੀਂ ਜੁੜੇਗੀ ਕਿ ਕੋਈ ਸਮਝੇ ਕਿ ਮੈਂ ਵਾਹਿਗੁਰੂ ਨਾਲ ਪ੍ਰੇਮ ਕਰ ਲਵਾਂਗਾ, ਤੇ ਨਾ ਹੀ ਮਾਇਆ ਦੇ ਮੋਹ ਨਾਲੋਂ ਤੋੜੀ ਜਾ ਸਕਦੀ ਹੈ, ਕਿਉਂਕਿ ਦੋਨੋਂ ਸ਼ਕਤੀਆਂ ਬਲਵਾਨ ਨੇ। ਜਬ ਲਗ ਹੋਏ ਬਿਨਾਸੀ, ਜਦੋਂ ਤੱਕ ਇਹ ਬਿਨਾਸ਼ਮਾਨ, ਇਹ ਨਾਸ਼ਮਾਨ ਸੰਸਾਰ ਨਾਲ ਜੁੜਿਆ ਹੋਇਆ, ਉਹਨਾਂ ਚਿਰ ਨਾ ਤਾਂ ਪ੍ਰੀਤ ਪ੍ਰਭੂ ਨਾਲ ਜੁੜੇਗੀ ਅਤੇ ਨਾ ਮਾਇਆ ਨਾਲੋਂ ਪ੍ਰੀਤ ਟੁੱਟੇਗੀ। ਫਿਰ ਕੌਣ ਠਾਕੁਰ ਹੋਏਗਾ, ਕੌਣ ਸੇਵਕ ਹੋਏਗਾ, ਕੌਣ ਕਿਸ ਪਾਸ ਜਾਏਗਾ, ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ। ਫਿਰ ਇਹ ਨਾ ਖਸਮ ਨਾਲ ਪ੍ਰੇਮ ਬਣੇਗਾ ਅਤੇ ਨਾ ਮਾਇਆ ਨਾਲੋਂ ਨਾਤਾ ਟੁੱਟ ਕੇ ਠਾਕੁਰ ਦਾ ਸੇਵਕ ਬਣੇਗਾ। ਫਿਰ ਮਿਲਾਪ ਕਿਵੇਂ ਹੋਵੇ, ਫਿਰ ਪ੍ਰਮਾਤਮਾ ਨਾਲ ਮਿਲਾਪ ਕਿਵੇਂ ਹੋਵੇ? ਇਸ ਦਾ ਉੱਤਰ ਦਿੰਦਿਆਂ ਆਸਾ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦਾ ਭੇਦ ਖੋਲ੍ਹਿਆ। ਕਬੀਰ ਸਾਹਿਬ ਕਹਿੰਦੇ ਨੇ ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਅਤੇ ਸਤਿਗੁਰੂ ਦੇ ਮਿਲਾਪ ਜੋ ਅਗਲੇ ਬੰਦ ਵਿੱਚ ਭਗਤ ਕਬੀਰ ਜੀ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸਾਡਾ ਨਿਵਾਸ ਇਸ ਮੋਹ ਦੇ ਸਾਗਰ ਵਿੱਚ ਹੈ, ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਇਸ ਮੋਹ ਦੇ ਸਾਗਰ ਵਿੱਚ ਜੋ ਲਹਿਰਾਂ ਚੱਲ ਰਹੀਆਂ ਨੇ, ਉੱਥੇ ਪਾਣੀ ਨਹੀਂ, ਉੱਥੇ ਅੱਗ ਦੀਆਂ ਲਹਿਰਾਂ ਉਛਲ ਰਹੀਆਂ ਨੇ, ਅਤੇ ਉਹਦੇ ਵਿੱਚ ਉਹਨਾਂ ਮੋਹ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਬਹੁਤ ਸਾਰੇ ਜੀਵ ਵੇਖਦੇ ਹਾਂ ਕਿ ਉਹ ਖਤਮ ਹੁੰਦੇ ਜਾ ਰਹੇ ਨੇ। ਤਿਤ ਸਰਵਰ ਹੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਦਾ ਜੋ ਇਹ ਚਿੱਕੜ ਹੈ, ਜਿਸ ਵਿੱਚ ਪੈਰ ਤੁਰਨਾ ਔਖਾ ਹੁੰਦਾ ਹੈ। ਹਮ ਦੇਖਾ ਤਾਂ ਡੂਬੀ ਅਲੇ, ਮੈਂ ਵੇਖਦਾ ਹਾਂ ਕਿ ਉਹਦੇ ਵਿੱਚ ਹੀ, ਚਿੱਕੜ ਦੇ ਵਿੱਚ ਹੀ ਸੰਸਾਰ ਡੁੱਬਦਾ ਜਾ ਰਿਹਾ ਹੈ। ਤੇ ਕਰ ਕੀ ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰ ਤੇਰੇ ਗੁਣ ਗਲਿਆ। ਇਹ ਮਨਾ ਤੂੰ ਪ੍ਰਮਾਤਮਾ ਨਾਲ ਪ੍ਰੇਮ ਨਹੀਂ ਪਾਉਂਦਾ, ਕਿਉਂਕਿ ਪ੍ਰਮਾਤਮਾ ਨਾਲ ਪ੍ਰੇਮ ਪਾਇਆ ਹੀ, ਵਾਹਿਗੁਰੂ ਨਾਲ ਪ੍ਰੀਤ ਪਾਇਆ ਹੀ ਇਹ ਚਿੱਕੜ ਤੋਂ ਬਾਹਰ ਨਿਕਲ ਸਕੀਦਾ ਹੈ। ਇਸ ਮੋਹ ਦੇ ਚਿੱਕੜ ਤੋਂ ਬਾਹਰ ਨਿਕਲਣ ਦਾ ਇੱਕ ਹੀ ਤਰੀਕਾ ਹੈ, ਸੁਰਤ ਪ੍ਰਭੂ ਪਿਆਰ ਵਿੱਚ ਜੋੜੀ ਜਾਏ, ਸੁਰਤ ਵਿੱਚ ਪ੍ਰਭੂ ਦਾ ਪਿਆਰ ਬਣਾਈ ਰੱਖਣਾ। ਤਾਂ ਕਿ ਚੌਥੇ ਬੰਦ ਵਿੱਚ ਕਬੀਰ ਜੀ ਇਸ ਗੱਲ ਨੂੰ ਬਿਆਨ ਕਰਦੇ ਹਨ, ਕਹੋ ਕਬੀਰ ਲਿਵ ਲਾਗ ਰਹੀ ਹੈ। ਇਹ ਕਬੀਰ ਆਖ ਕਿ ਜਿੰਨਾ ਚਿਰ ਇਹ ਲਿਵ, ਇਹ ਸੁਰਤ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੀ ਹੋਈ ਹੈ, ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ, ਅਤੇ ਜਿੱਥੇ ਮੇਰਾ ਮਨ ਇਸ ਸੁਰਤ ਵਿੱਚ, ਇਸ ਸੁਰਤ ਤੇ ਸ਼ਬਦ ਦੇ ਮੇਲ ਵਿੱਚ ਮਨ ਹਮੇਸ਼ਾ ਟਿਕਿਆ ਹੋਇਆ ਹੈ, ਹਰ ਸਮੇਂ ਟਿਕਿਆ ਹੋਇਆ ਹੈ,
जहां बसे दिन राती इस परमात्मा ਦੇ ਪਿਆਰ ਵਿੱਚ परमात्मा ਦੀ ਪ੍ਰੀਤ दिन रात बनी रहे। अठे पैर उस वाहिगुरु ਦੇ ਨਾਲ प्रेम ਬਣਿਆ रहे। वाका मरम ओही पर जानै ਉਹ तो सदा बनाशी। कि फिर जो तब्दीली आती है वो साढ़े बियान तो बाहर है कि वो किवें आउंदी है। कबीर साहब जी आखते हैं कि मेरी लिव उस प्रभु नाल जुड़ गई है। मेरी सुरत विच दिन रात भाव हर समय उस वाहिगुरु की याद टिकी रहती है। पर इसका एक कदाचित मतलब नहीं कोई मनुख कहे कि मैं हुण परमात्मा का भेद पा लिया, क्योंकि गुरमत का ये संकल्प नहीं है कि सानू रब बारे पता लगे, रब कित्थे रहिंदा है, रब किवें करदा है, रब मौत किवें दिंदा है, रब कदों पैदा होया है, रब ने किवें संसार बनाया। साडा विशा ये नहीं सी। गुरमत का विशा जो गुरबाणी राही समझ आउंदा है वो तां बस इतना को है कि असीं उस परमात्मा नूं समझ समझ के अते वो समझना है गुरु की मੱਤ ਤੋਂ, गुरु के उपदेशों तो, जिहड़ी बाणी गुरु साहब जी ने उस वाहिगुरु नाल एकमिक होकर उच्चारण की है, उस तो ये सेध लैके उन्होंने गुणों नूं जो वाहिगुरु के गुण ने उन्होंने अपने जीवन का हार बनाइए, उन्होंने अपने जीवन में ढालण का यतन करिए। पर एक गल कह सकते हैं कि ये जो परमात्मा की असीम शक्ति है ये सदा कायम रहने वाली है। असीं बिनसनहार हाँ, सारा संसार बिनसनहार है, खत्म होने वाला है, पर परमात्मा हमेशा आदि सच जुगाद सच है भी सच नानक होसी भी सच। वो सदा कायम रहने वाला है, वो सदा सलामत है, तू सदा सलामत निरंकार। हाँ, ये अवस्था उस सेवक की बनती है जिसकी लिव जिसकी सुरत प्रभु नाल जुड़ी रहे। ये गुरमत फिलासफी का एक अद्भुत नियम है, एक निराला कौतक है, एक निराला वरतारा है कि जे गुरु की सिक्ख्या नाल जीवन जी लिया जाए वाहिगुरु नाल सांझ पै सकती है। वो गुरमुख ते मन की माया जाल विच फसिया मनुख मनमुख कहूंदा है। जिहड़ा गुरु नाल ते परमेश्वर नाल प्रीत पा लवे उहनूं गुरमुख कहंदे हन। जिहड़ा मन दे अंदर मोह माया दे जाल विच फसिया रहे, संसार नाल ही जुड़िया रहे, उसनूं मनमुख कहा जाता है, जो केवल मन दे पिछे चलदा है। गुरु अमरदास जी उस मनमुख की अवस्था बयान करते हैं। मनमुख लोक समझाई है कदों समझाया जाए, मनमुख रलाया ना रलै पया किरत फराए। उस मनमुख नूं समझाया नहीं जा सकता। वो किवें समझाया जाए, क्योंकि मनमुख संगत विच नहीं आउंदा, वो मन के पिछे चलता है ते अपने ही कामां दे दुआले घिरदा रहिंदा है। वो अपनी ही किरत विच मसरूफ रहिंदा है ते गुरु संगत तो वांझा रहिंदा है। गुरु साहब उस मनमुख ते भी तरस खा के आखदे हन, लिव धात दोए राह है हुक्मी कार कमाए। उस विचारे का भी की दोष है, उसने अपना मन नूं जिस पासे लाया है ये वाहिगुरु के नियम अनुसार उसे पासे ही लग्या होया है। क्योंकि जीवन के दो ही तराह ने, एक लिव परमात्मा नाल जुड़ जाए, एक लिव संसार नाल जुड़ जाए। जिहड़ी संसार नाल जुड़ गई वो धात है, भटकना है, विकारां विच प्रवेश करने वाली है। जिहड़ी परमात्मा नाल सुरत जुड़ गई वो गुणां नाल भरपूर है, उत्थे गुण ने, उत्थे सदा चढ़दी कला है, उत्थे सदा रहन वाला जीवन है। दुख नहीं सब सुख ही है रे, हार नहीं सब जीत है, बुरा नहीं सब भला ही है रे, एक है एक ही नेत है। ये विचार जो शब्द विच भगत कबीर जी ने जो असल विच तात्पर्य दिता है, असल विच जो इसका संदेश साड़ी झोली विच पाया है वो है कि मनुख इस देह अध्यास तो, इस शरीरक मोह तो या संसार के मोह तो, इस चिक्कड़ विचों निकलण दा यतन करे। अते ये मन की अवस्था बदलदी उदों है जदों मनुख का संबंध गुरु की संगत नाल हुंदा है। गुरु की संगत में जाके गुरबाणी तो ये सेध लैके विकारां तो खलासी कर लैंदा है। इस अवस्था नूं ही इस अवस्था नूं माणिया जा सकता है, अनुभव किया जा सकता है, पर बयान तो बाहरी है। असीं भावें शब्दां दे जाल विच इस नूं जिन्ना मर्जी व्याख्या कर लईए, ये अवस्था सिर्फ महसूस कीतियां ही जो महसूस करदा है उसे नूं पता हुंदी है। हाँ, ये स्पष्ट है कि ये अवस्था गुरु शब्द राही ही बनती है, वाहिगुरु नाल लिव जुड़िया ही हासिल होंदी है। ये अवस्था है शब्द सुर दा मेल, ये अवस्था है परमेश्वर दे मिलाप दी, जिथे मोह दा धागा टुट जाता है, मेल तेल दा वितकरा मिट जाता है, विकारां तो खलासी हो जाती है। ये बोलते पता नहीं किधर चले जाते हैं, मन विचों गायब ही हो जाते हैं। गुरु नानक साहब जी ने जप बाणी विच जो सचियार का कंसैप्ट दिता है वो भी ये है कि इस सुर जदों सुर शब्द नाल जुड़ती है तो मन
ਨਦਰੀ ਨਜ਼ਰ ਨਿਹਾਲ ਹੋ ਜਾਂਦਾ ਹੈ। ਪਰ ਇਹ ਜਿਸ ਦੇ ਉੱਪਰ ਉਹ ਵਾਹਿਗੁਰੂ ਬਖਸ਼ਿਸ਼ ਕਰੇ ਉਸੇ ਨੂੰ ਹੀ ਇਹ ਆਤਮਿਕ ਅਵਸਥਾ ਮਿਲਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਜ਼ਰ ਨਿਹਾਲ। ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ। ਆਪ ਸੰਗਤ ਵਿਚਾਰਵਾਨ ਕੋਈ ਸੇਧ ਬਖਸ਼ਣਾ ਤਾਂ ਕਿ ਅਸੀਂ ਗੁਰਬਾਣੀ ਨੂੰ ਸਮਝ ਕੇ ਪੜ੍ਹੀਏ, ਵਿਚਾਰ ਸਹਿਤ ਪੜ੍ਹੀਏ ਅਤੇ ਆਪਣੇ ਜੀਵਨ ਦੇ ਅੰਦਰ ਕੋਈ ਤਬਦੀਲੀ ਲਿਆਉਣ ਦਾ ਯਤਨ ਕਰੀਏ, ਆਪਣੇ ਦਿਸ਼ਾ ਨਿਰਦੇਸ਼ ਬਦਲੀਏ। ਅੱਜ ਅਸੀਂ ਪ੍ਰਚਾਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੇਖਦੇ ਹਾਂ, ਪ੍ਰਚਾਰ ਤੇ ਬਹੁਤ ਹੋ ਰਿਹਾ, ਪਰ ਸਾਡੇ ਕੌਮ ਦੇ ਵਿੱਚੋਂ ਜੋ ਆਈਆਂ ਬੁਰਾਈਆਂ ਨੇ ਉਹ ਘੱਟ ਨਹੀਂ ਹੋ ਰਹੀਆਂ। ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਅਜੇ ਗੁਰਬਾਣੀ ਨੂੰ ਠੀਕ ਢੰਗ ਨਾਲ ਪੜ੍ਹ ਕੇ ਆਪਣੇ ਜੀਵਨ 'ਚ ਲਾਗੂ ਕਰਨਾ ਨਹੀਂ। ਪੜ੍ਹਦੇ ਹਾਂ, ਵਿਚਾਰਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਇਸ ਨੂੰ ਆਪਣੇ ਜੀਵਨ ਵਿੱਚ ਢਾਲਣ ਤੋਂ ਅਸਮਰੱਥ ਜਾਪਦੇ ਹਾਂ। ਇਸ ਵੱਲ ਉਦਮ ਕਰੀਏ ਅਤੇ ਅਰਦਾਸ ਕਰੀਏ, ਵਾਹਿਗੁਰੂ ਇਹ ਸ਼ਕਤੀ ਤੇਰੇ ਪਾਸ ਹੀ ਹੈ, ਤੂੰ ਆਪ ਹੀ ਸਮੱਤ ਦੇਵੇਂ, ਆਪ ਹੀ ਸਾਡੇ ਮਨ ਨੂੰ ਕੜੇ, ਆਪ ਹੀ ਸਾਡੀ ਸੁਰਤੀ ਜੋੜੇ, ਆਪ ਹੀ ਸਾਡੀ ਬੁੱਧੀ ਦਾ ਵਿਕਾਸ ਹੋਵੇ ਤੇ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਲੋਕ ਤੇ ਪਰਲੋਕ ਸਵਾਰ ਸਕੀਏ। ਹੋਈਆਂ ਭੁੱਲਾਂ ਦੀ ਫਿਰ ਮਾਫੀ ਮੰਗਦਾ ਹਾਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।